ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸਤਿਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਫਿਰ ਬਹੁ ਦੇਖਤ ਨਗਨ ਪਰੇਖਤ, ਪਿਖ ਜਬ ਨੀਕਹਿ ਸੁਨੋਨ ਨ ਜੀਕਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਪਾਂ ਇਤਿਹਾਸ ਸਰਵਣ ਕਰ ਰਹੇ ਹਾਂ। ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਜੰਗ ਪੈਂਡੇ ਖਾਨ ਤੇ ਦੀਨਾ ਬੇਗ ਨਾਮ ਦੇ ਦੋ ਜਿਹੜੇ ਮੁਗਲ ਜਰਨੈਲ ਨੇ, ਦਿੱਲੀ ਤੋਂ ਵੱਡੀ ਫੌਜ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਾਲਸੇ ਨਾਲ ਜੰਗ ਕਰਦੇ ਪਏ। ਬੜੇ ਮਾਣ ਤੇ ਹੰਕਾਰ ਦੇ ਨਾਲ ਜੋ ਪੈਂਡੇ ਖਾਨ ਉਹ ਕਹਿਣ ਲੱਗਾ, ਮੈਂ ਗੁਰੂ ਦੀ ਫੌਜ ਦੇ ਨਾਲ ਨਹੀਂ, ਗੁਰੂ ਗੋਬਿੰਦ ਸਿੰਘ ਦੇ ਨਾਲ ਜੰਗ ਕਰਨਾ ਚਾਹੁੰਦਾ ਹਾਂ। ਮਹਾਰਾਜ ਆਪਣੀ ਸ਼ਾਸਤਰ ਵਿਦਿਆ ਮੈਨੂੰ ਦਿਖਾਉਣ ਤੇ ਮੇਰੇ ਹੱਥ ਮਹਾਰਾਜ ਦੇਖਣ, ਪਤਾ ਲੱਗੇ ਵੀ ਸੂਰਮਾ ਕੌਣ ਹੈ। ਜਦੋਂ ਇਹ ਗੱਲ ਆਖੀ ਇਸ ਪੈਂਡੇ ਖਾਨ ਨੇ ਤੇ ਉਸ ਵੇਲੇ ਸਤਿਗੁਰੂ ਪੈਂਡੇ ਖਾਨ ਦੇ ਸਾਹਮਣੇ ਆਏ, ਕਹਿਣ ਲੱਗੇ ਫਿਰ ਵਾਰ ਕਰ। ਪੈਂਡੇ ਖਾਨ ਨੇ ਪਹਿਲਾ ਵਾਰ ਮਹਾਰਾਜ ਦੇ ਮੱਥੇ ਦੇ ਵੱਲ ਵੇਖ ਕੇ ਤੀਰ ਚਲਾਇਆ, ਪਰ ਤੀਰ ਲੱਗਾ ਨਹੀਂ ਨਿਸ਼ਾਨੇ 'ਤੇ। ਬੜਾ ਸ਼ਰਮਿੰਦਾ ਹੋਇਆ। ਦੂਜੀ ਵਾਰੀ ਸਤਿਗੁਰੂ ਫਿਰ ਕਹਿਣ ਲੱਗੇ, ਪੈਂਡਿਆ ਮਨ ਵਿੱਚ ਅਰਮਾਨ ਨਾ ਰਹਿ ਜਾਵੇ, ਇੱਛਾ ਰਹਿ ਨਾ ਜਾਵੇ ਵੀ ਤੀਰ ਲੱਗਦਾ ਤੇ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਦੇਣਾ ਸੀ। ਚੱਲ ਤੈਨੂੰ ਇੱਕ ਮੌਕਾ ਹੋਰ ਦਿੰਦੇ ਆ, ਇੱਕ ਵਾਰੀ ਹੋਰ ਟਰਾਈ ਕਰ। ਦੂਜੀ ਵਾਰੀ ਇਸਨੇ ਫਿਰ ਮਹਾਰਾਜ ਦੇ ਮੱਥੇ 'ਚ ਤੀਰ ਮਾਰਨ ਵਾਸਤੇ ਤੀਰ ਚਲਾਇਆ। ਸਤਿਗੁਰਾਂ ਨੇ ਆਪਣੀ ਦਸਤਾਰ ਦੇ ਉੱਪਰ ਇੱਕ ਛੋਟਾ ਜਿਹਾ ਕੱਪੜਾ ਬੱਧਾ ਹੋਇਆ, ਉਸ ਕੱਪੜੇ ਦੇ ਨਾਲ ਛੂਹ ਕੇ ਤੀਰ ਅੱਗੇ ਲੰਘ ਗਿਆ। ਦੋਨੇ ਵਾਰ ਖਾਲੀ ਚਲੇ ਗਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪੈਂਡੇ ਖਾਨ ਹੁਣ ਸਾਡੀ ਵਾਰੀ ਹੈ। ਘੋੜੇ 'ਤੇ ਮਹਾਰਾਜ ਚੜ੍ਹੇ। ਪੈਂਡੇ ਖਾਨ ਦੇ ਚਾਰ ਛਪੇਰੇ ਘੋੜਾ ਮਹਾਰਾਜ ਨੇ ਘੁਮਾਇਆ। ਵੇਖਦੇ ਇਹ ਪਏ ਨੇ ਇਹਦੇ ਸਰੀਰ ਦਾ ਕੋਈ ਅੰਗ ਨੰਗਾ ਹੋਵੇ ਤੇ ਜਿੱਥੇ ਅਸੀਂ ਤੀਰ ਦਾ ਨਿਸ਼ਾਨਾ ਲਾਈਏ। ਪਰ ਗੁਰਮੁਖੋ ਪੈਂਡੇ ਖਾਨ ਨੇ ਲੋਹੇ ਦੀ ਸੰਜੋ ਆਪਣੇ ਸਰੀਰ 'ਤੇ ਪਹਿਨੀ, ਸਾਰਾ ਸਰੀਰ ਢੱਕਿਆ ਹੋਇਆ। ਸਿਰ ਦੇ ਉੱਪਰ ਲੋਹੇ ਦਾ ਮੁਕਟ ਇਹਨੇ ਪਾਇਆ ਹੋਇਆ। ਕੋਈ ਵੀ ਜਗ੍ਹਾ ਨੰਗੀ ਨਹੀਂ ਹੈ ਸਰੀਰ ਦੀ ਜਿੱਥੇ ਤੀਰ ਲੱਗ ਸਕੇ। ਇਤਿਹਾਸ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਆਏ। ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ।
ਸਾਹਿਬ ਜੀ। ਫਿਰ ਬਹੁ ਦੇਖਤ ਨਗਨ ਪਰੇਖਤ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਜਦੋਂ ਚੰਗੇ ਤਰੀਕੇ ਦੇ ਨਾਲ ਪੈਂਡੇ ਖਾਨ ਨੂੰ ਤੱਕਿਆ ਨਾ, ਤੇ ਫਿਰ ਮਹਾਰਾਜ ਜੀਆਂ ਨੂੰ ਇੱਕ ਥੋੜਾ ਜਿਹਾ ਸਰੀਰ ਦਾ ਹਿੱਸਾ ਉਸ ਵੇਲੇ ਨੰਗਾ ਦਿਸਾ ਹੈ। ਇਕ ਜਬ ਨੀਕੈ ਸ਼੍ਰੋਣ ਨਜ਼ੀਕੈ। ਸਤਿਗੁਰਾਂ ਨੇ ਚੰਗੀ ਤਰੀਕੇ ਨਾਲ ਵੇਖਿਆ ਵੀ ਕੰਨ ਦੇ ਕੋਲ ਥੋੜਾ ਜਿਹਾ ਸਰੀਰ ਦਾ ਕੋਈ ਹਿੱਸਾ, ਕੋਈ ਪੋਟੇ ਕੁ ਜਿੰਨਾ ਹਿੱਸਾ ਨੰਗਾ ਹੈ ਕੰਨ ਦੇ ਕੋਲ, ਵੀ ਇੱਥੇ ਤੀਰ ਦਾ ਨਿਸ਼ਾਨਾ ਲੱਗ ਸਕਦਾ ਹੈ। ਨਗਨ ਸੋ ਥੋਰੈ ਗੁਰ ਜਬ ਟੋਰਿਆ। ਤੇ ਸਤਿਗੁਰਾਂ ਨੇ ਵੇਖਿਆ ਹਿੱਸਾ ਤੇ ਥੋੜਾ ਹੀ ਹੈ ਨੰਗਾ, ਬਾਕੀ ਸਾਰਾ ਸਰੀਰ ਲੋਹੇ ਨਾਲ ਢੱਕਿਆ ਹੋਇਆ, ਇੱਥੇ ਥੋੜਾ ਜਿਹਾ ਹਿੱਸਾ ਕੰਨ ਦੇ ਕੋਲ ਨੰਗਾ ਹੈ। ਜਦੋਂ ਮਹਾਰਾਜ ਜੀਆਂ ਨੇ ਇਸ ਤਰ੍ਹਾਂ ਦੇਖਿਆ ਹੈ, ਤਹਿ ਤੱਕ ਬਾਨੈ ਸ਼ਿਸਤ ਨਿਸ਼ਾਨੈ। ਮਹਾਰਾਜ ਜੀਆਂ ਨੇ ਤੱਕ ਕੇ ਨਾ ਆਪਣਾ ਨਿਸ਼ਾਨਾ, ਇੱਥੇ ਤੀਰ ਲੱਗ ਸਕਦਾ ਹੈ। ਘੋੜੇ ਤੇ ਚੜ੍ਹੇ ਹੋਏ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ, ਸਤਿਗੁਰਾਂ ਨੇ ਭੱਥੇ ਵਿੱਚੋਂ ਤੀਰ ਕੱਢ ਕੇ ਕਮਾਨ ਦੇ ਵਿੱਚ ਉਸ ਵੇਲੇ ਤੀਰ ਨੂੰ ਜੋੜ ਕੇ ਤੇ ਮਹਾਰਾਜ ਸਾਹਿਬ ਜੀ ਖਿੱਚ ਕੇ ਉਸ ਵੇਲੇ ਤੀਰ ਦਾ ਨਿਸ਼ਾਨਾ ਲੈ ਰਹੇ ਹਨ। ਹਰ ਖਪਰਾ ਧਰ ਧਨ ਗੁਣ ਮੈਂ ਭਰ। ਤੇ ਸਤਿਗੁਰੂ ਜੀਆਂ ਨੇ ਖਪਰਾ ਤੀਰ, ਬੜਾ ਚੌੜਾ ਤੀਰ ਆਪਣੇ ਭੱਥੇ ਵਿੱਚੋਂ ਕੱਢਿਆ ਹੈ, ਜਿਹੜਾ ਬੜਾ ਹੀ ਤਿੱਖਾ ਤੇ ਬੜਾ ਭਿਅੰਕਰ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਤੀਰ ਨੂੰ ਆਪਣੇ ਕਮਾਨ ਦੇ ਚਿੱਲੇ ਦੇ ਉੱਪਰ ਮਹਾਰਾਜ ਜੀਆਂ ਨੇ ਚਾੜਿਆ ਹੈ। ਅਰਖਤ ਆਛੇ ਸ਼ੋਰਨ ਬਾਛੇ। ਸਤਿਗੁਰਾਂ ਨੇ ਜਦੋਂ ਤੀਰ ਜੋੜਿਆ ਨਾ ਕਮਾਨ ਦੇ ਵਿੱਚ, ਤੇ ਫਿਰ ਖਿੱਚਿਆ ਪੂਰੇ ਜ਼ੋਰ ਦੇ ਨਾਲ। ਕਾਹਦੇ ਵਾਸਤੇ? ਮਹਾਰਾਜ ਜੀ ਆਪਣੀ ਕਮਾਨ ਵਿੱਚੋਂ ਇਹ ਤੀਰ ਚਲਾਉਣਾ ਚਾਹੁੰਦੇ ਨੇ, ਤੇ ਇਸ ਪੈਂਡੇ ਖਾਂ ਦੇ ਕੰਨ ਦੇ ਕੋਲ ਇਹ ਤੀਰ ਮਾਰਨਾ ਚਾਹੁੰਦੇ। ਪਰ ਪੈਂਡੇ ਖਾਂ ਦੇ ਮਨ ਵਿੱਚ ਮਾਣ ਹੈ ਕਿ ਮੈਂ ਸਾਰਾ ਲੋਹੇ ਦਾ ਢੱਕਿਆ ਹੋਇਆ, ਤੇ ਤੀਰ ਮਾਰਨਗੇ ਕਿੱਥੇ ਤੇ ਮੈਨੂੰ ਲੱਗੇਗਾ ਕਿਵੇਂ। ਤੇ ਸਤਿਗੁਰੂ ਨਿਸ਼ਾਨਾ ਵੇਖ ਚੁੱਕੇ ਸਨ ਵੀ ਇਹਦੇ ਕੰਨ ਕੋਲ ਥੋੜੀ ਜੀ ਨੰਗੀ ਜਗ੍ਹਾ ਹੈ। ਇਸ ਤਰ੍ਹਾਂ ਵੇਖ ਕੇ ਫਿਰ ਉਸ ਵੇਲੇ ਸਰਪ ਸਮਾਨੈ ਛੁੱਟਤ ਪਿਆਨੈ। ਮਹਾਰਾਜ ਜੀਆਂ ਨੇ ਚਲਾਇਆ ਤੀਰ, ਤੇ ਕਹਿਣ ਲੱਗੇ ਤੀਰ ਗੁਰਮੁਖੋ ਜਿਵੇਂ ਕੋਈ ਸੱਪ ਉੱਡਦਾ ਹੈ ਤੇ ਛੂਕਦਾ ਜਾਂਦਾ ਹੈ ਨਾ, ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਕਮਾਨ ਚੋਂ ਨਿਕਲਿਆ ਹੋਇਆ ਤੀਰ ਕਹਿਣ ਲੱਗੇ ਸੱਪ ਦੇ ਵਾਂਗੂ ਛੂਕਦਾ ਜਾ ਰਿਹਾ ਹੈ। ਇੱਕ ਥਲ ਕਾਨਿਆਂ ਲਗਤ ਸੁਬਾਨਿਆ। ਤੇ ਕਹਿਣ ਲੱਗੇ ਜਿਹੜਾ ਕੰਨ ਦੇ ਕੋਲ ਮਹਾਰਾਜ ਨੇ ਨੰਗਾ ਥਾਂ ਵੇਖਿਆ ਸੀ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਮੁਖੋ ਤੀਰ ਚਲਾਉਣ ਤੇ ਉਹ ਤੀਰ ਨਿਸ਼ਾਨੇ ਤੇ ਨਾ ਲੱਗੇ ਕਿਵੇਂ ਹੋ ਸਕਦਾ ਹੈ। ਮਹਾਰਾਜ ਦੀ ਸ਼ਸਤਰ ਵਿਦਿਆ ਦਾ ਕਮਾਲ ਹੈ। ਕਹਿਣ ਲੱਗੇ ਫਿਰ ਉਝੰਗ ਪ੍ਰਿਆਤ ਛੰਦ ਲਗਿਓ ਬਾਨ ਕਾਨੂੰਨ ਨਜ਼ੀਕੰ ਵਿਸਾਲਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਚੱਲਿਆ ਤੀਰ, ਕਹਿਣ ਲੱਗੇ ਪੈਂਡੇ ਖਾਂ ਦੇ ਕੰਨ ਦੇ ਕੋਲ ਜਾ ਕੇ, ਜਿੱਥੇ ਪੋਟੇ ਕੁ ਜਿੰਨੀ ਜਗ੍ਹਾ ਨੰਗੀ ਹੈ, ਉੱਥੇ ਜਾ ਕੇ ਮਹਾਰਾਜ ਦਾ ਤੀਰ ਲੱਗਾ ਹੈ। ਗਿਰਿਓ ਭੂਮੈ ਖਾਨ ਕੀਨੇ ਉਤਾਲਾ। ਕਹਿਣ ਲੱਗੇ ਵੀ ਇਹ ਜਿਹੜਾ ਪੈਂਡੇ ਖਾਂ ਸੀ ਨਾ, ਚੜਿਆ ਹੋਇਆ ਘੋੜੇ ਤੇ ਘੋੜੇ ਤੋਂ ਭਵਾਟਲੀ ਖਾ ਕੇ ਥੱਲੇ ਧਰਤੀ ਤੇ ਆ ਕੇ ਡਿੱਗਾ ਹੈ। ਐਸੀ ਵਿਦਿਆ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ। ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਨ ਕਰਦੇ ਕਿ ਚਮਕੌਰ ਦੀ ਗੜੀ ਨੂੰ 10 ਲੱਖ ਹਵੈਰੀ ਘੇਰਾ ਪਾ ਕੇ ਬੈਠਾ ਹੈ, ਤੇ ਚਾਹੁੰਦੇ ਤੇ ਝਾਟੀ ਉਸ ਗੜੀ ਨੂੰ ਜਿੱਤ ਲੈਂਦੇ, ਕਬਜ਼ਾ ਕਰ ਲੈਂਦੇ। ਪਰ ਗੁਰਮੁਖੋ ਆ ਜਿਹੜੀ ਵਿਦਿਆ ਨਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੀਰ ਚਲਾਉਣ ਦੀ, ਇਸ ਵਿਦਿਆ ਦੇ ਭੈ ਕਰਕੇ ਕਿਸੇ ਵੀ ਦੁਸ਼ਮਣ ਵਿੱਚ ਹਿੰਮਤ ਨਹੀਂ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੜੀ ਦੇ ਵਿੱਚ ਹੁੰਦਿਆਂ ਕੋਈ ਗੜੀ ਤੇ ਕਬਜ਼ਾ ਕਰ ਜਾਵੇ। ਇਹ ਮਹਾਰਾਜ ਜੀਆਂ ਦੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਤੀਰ ਚਲਾ ਕੇ ਜਿੱਥੇ ਮੁਗਲ ਜਰਨੈਲ ਬੈਠੇ ਹੋਏ ਰੁੱਖ ਦੇ ਵਿੱਚ ਤੀਰ ਮਾਰਿਆ, ਤਣੇ ਦੇ ਵਿੱਚ ਰੱਖ ਕੇ ਮਹਾਰਾਜ ਜੀਆਂ ਨੇ, ਜਰਨੈਲ ਕਹਿਣ ਲੱਗੇ ਮਹਾਰਾਜ ਨੇ ਕਰਾਮਾਤ ਵਿਖਾਈ ਹੈ। ਇੰਨੀ ਦੂਰ ਤੀਰ 4 ਮੀਲ ਚੱਲ ਕੇ ਆ ਨਹੀਂ ਸਕਦਾ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੂਜਾ ਤੀਰ ਚਲਾਇਆ, ਉੱਤੇ ਇੱਕ ਚਿੱਠੀ ਲਿਖੀ ਮਹਾਰਾਜ ਨੇ ਤੀਰ ਦੇ ਨਾਲ ਬੱਧੀ ਹੈ। ਜਿਸ ਪਲੰਘੇ ਤੇ ਜਰਨੈਲ ਬੈਠੇ ਸਨ, ਪਲੰਘੇ ਦੇ ਪਾਵੇ ਦੇ ਵਿੱਚ ਆ ਕੇ ਤੀਰ ਵੱਜਾ ਹੈ। ਵੇਖਿਆ ਤੀਰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੈ। ਜਦੋਂ ਚਿੱਠੀ ਖੋਲ੍ਹ ਕੇ ਪੜ੍ਹੀ ਹੈ ਨਾ, ਤੇ ਉੱਤੇ ਲਿਖਿਆ ਸੀ, ਮਹਾਰਾਜ ਕਹਿਣ ਲੱਗੇ ਨਹੀਂ, ਇਹ ਸਾਡੀ ਕਰਾਮਾਤ ਨਹੀਂ, ਇਹ ਸਾਡੀ ਸ਼ਸਤਰ ਵਿਦਿਆ ਦਾ ਅਭਿਆਸ ਹੈ। ਜੇ ਅਸੀਂ ਪਲੰਘੇ ਤੇ ਪਾਵੇ ਦੇ ਵਿੱਚ ਤੀਰ ਮਾਰ ਸਕਦੇ ਹਾਂ, ਤੁਹਾਡੀ ਛਾਤੀ ਵਿੱਚ ਵੀ ਤੀਰ ਮਾਰ ਲੱਗਿਆ ਸਾਨੂੰ ਢੇਰ ਨਹੀਂ ਲੱਗੇਗੀ।
ਐਸੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ, ਐਸੀ ਹੈ ਉਹਨਾਂ ਦੀ ਵਿਦਿਆ। ਐਵੇਂ ਨਹੀਂ ਏਡੀ ਵੱਡੀ ਫੌਜ ਗੜੀ ਨੂੰ ਦੂਰੋਂ ਘੇਰਾ ਪਾ ਕੇ ਬੈਠੇ ਰਹੇ, ਪਰ ਕਿਹਦੀ ਹਿੰਮਤ ਹੈ ਜਿਹੜਾ ਮੌਤ ਨੂੰ ਜਾ ਕੇ ਗਲੇ ਲਾਵੇ ਤੇ ਗੜੀ ਦੇ ਨੇੜੇ ਹੋਵੇ। ਇਹ ਸ਼ਸਤਰ ਵਿਦਿਆ ਦਾ ਕਮਾਲ ਹੈ। ਤਾਂ ਮਹਾਰਾਜ ਨੇ ਆਖਿਆ ਸ਼ਸਤਰਾਂ ਨੂੰ ਰੱਖਣਾ ਹੈ, ਆਪਣੀ ਰੱਖਿਆ ਆਪ ਕਰਨੀ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ। ਗੁਰਮੁਖੋ ਥੋੜੇ ਦਿਨਾਂ ਤੱਕ ਰੱਖੜੀ ਦਾ ਇੱਕ ਤਿਉਹਾਰ ਪ੍ਰਾਪਤ ਹੋ ਰਿਹਾ ਹੈ। ਰੱਖੜੀ ਬੰਨ੍ਹਣੀ ਜਾਂ ਨਾ ਬੰਨ੍ਹਣੀ ਉਹ ਆਪਣੀ ਨਿੱਜੀ ਸੋਚ ਹੈ, ਆਪਣੀ ਵਿਚਾਰ ਹੈ, ਪਰ ਗੁਰਮਤਿ ਵਿੱਚ ਇਸ ਗੱਲ ਦੀ ਮਨਾਹੀ ਹੈ। ਮਹਾਰਾਜ ਕਹਿਣ ਲੱਗੇ ਰਾਖਾ ਏਕ ਹਮਾਰਾ ਸੁਆਮੀ, ਸਾਰਿਆਂ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ, ਕੋਈ ਕਿਸੇ ਦੀ ਰੱਖਿਆ ਨਹੀਂ ਕਰ ਸਕਦਾ। ਰਕਸ਼ਾ ਬੰਧਨ ਤੇ ਕੋਈ ਤਿਉਹਾਰ ਬਣ ਗਿਆ। ਮਾਨੋ ਕੀ ਟੇਕ ਬਿਰਥੀ ਸਭ ਜਾਨ, ਬੰਦੇ ਦਾ ਆਸਰਾ ਤੱਕਣਾ ਇਹ ਤੇ ਐਵੇਂ ਫਜ਼ੂਲ ਕੰਮ ਹੈ। ਆਸਰਾ ਤੱਕਣਾ ਹੈ ਤੇ ਗੁਰੂ ਦਾ ਤੱਕ। ਗੁਰੂ ਨੇ ਤੈਨੂੰ ਆਤਮ ਨਿਰਭਰ ਬਣਾਇਆ, ਅੰਮ੍ਰਿਤ ਛਕਾਇਆ। ਜਿੱਥੇ ਸਿੰਘ ਨੂੰ ਕਿਰਪਾਨ ਪਵਾਈ ਹੈ, ਬੀਬੀ ਨੂੰ ਵੀ ਪਵਾਈ ਹੈ। ਆਪਣੀ ਰੱਖਿਆ ਆਪ ਕਰੋ, ਆਪਣੇ ਆਪ ਤੇ ਨਿਰਭਰ ਰਹੋ, ਕਿਸੇ ਦੀ ਰੱਖਿਆ ਲੈਣ ਦੀ ਲੋੜ ਹੀ ਨਹੀਂ ਹੈ। ਇੱਥੇ ਤੇ ਮਾਤਾ ਸਾਹਿਬ, ਮਾਤਾ ਭਾਗੋ ਵਰਗੇ ਜਾ ਕੇ, ਭਾਗੋ ਵਰਗੀਆਂ ਜਾ ਕੇ ਖਦਰਾਣੇ ਦੀ ਢਾਬ ਤੇ ਜਾ ਕੇ ਇੰਨਾ ਭਿਆਨਕ ਜੰਗ ਕੀਤਾ ਕਿ ਦੁਸ਼ਮਣ ਦੇ ਛਕੇ ਛੁਡਾ ਦਿੱਤੇ। ਫਿਰ ਉਸ ਬੀਬੀ ਦੀਆਂ ਜਿਹੜੀਆਂ ਵਾਰਸਾਂ ਬੀਬੀਆਂ ਨੇ, ਉਹਨਾਂ ਨੂੰ ਕੀ ਲੋੜ ਹੈ ਧਾਗਾ ਬੰਨ੍ਹ ਕੇ ਕਿਸੇ ਦੇ ਕੋਲੋਂ ਰੱਖਿਆ ਦੀ ਭੀਖ ਮੰਗਣ ਦੀ? ਨਹੀਂ, ਲੋੜ ਨਹੀਂ ਹੈ। ਇਹ ਤੇ ਐਵੇਂ ਸੰਸਾਰ ਦੇ ਵਿੱਚ ਇੱਕ ਰੀਤੀ ਚੱਲੀ, ਇੱਕ ਰਿਵਾਜ ਚੱਲਿਆ, ਸਾਡੇ ਮਤ ਦਾ ਨਹੀਂ ਹੈ। ਤੇ ਗੁਰਮੁਖੋ ਇਹਦੇ ਵਿੱਚ ਵੀ ਕਈ ਗਿਲੇ ਸ਼ਿਕਵੇ ਨੇ। ਜਿਹੜਾ ਰੱਖੜੀ ਬੰਨ੍ਹਣ ਜਾ ਰਿਹਾ, ਜੇ ਉਹ ਮਠਿਆਈ ਮਾੜੀ ਲੈ ਗਿਆ ਤੇ ਤਾਂ ਰੋਸਾ ਹੈ ਵੀ ਇਹ ਮਠਿਆਈ ਵਧੀਆ ਨਹੀਂ ਲਿਆਇਆ, ਮਹਿੰਗੀ ਨਹੀਂ ਲਿਆਇਆ, ਚੰਗੀ ਨਹੀਂ ਲਿਆਇਆ ਸੀ ਤੇ ਬਿਮਾਰ ਹੋ ਗਏ। ਮਠਿਆਈ ਲੈ ਕੇ ਜਾ ਰਿਹਾ ਉਹ ਤੇ ਵੱਖਰਾ ਰੋਸਾ, ਮਾੜੀ ਲੈ ਆਇਆ। ਤੇ ਮਠਿਆਈ ਖਾਣ ਵਾਲੇ ਨੇ ਜੇ ਕਿਤੇ ਸੂਟ ਮਾੜਾ ਦੇਤਾ ਤੇ ਉਹ ਵੱਖਰੀ ਲੜਾਈ ਦਾ ਕਾਰਨ ਹੈ। ਇਦੋਂ ਵੱਧ ਤੇ ਮੇਰਾ ਖਰਚਾ ਹੋ ਗਿਆ, ਇਦੋਂ ਵੱਧ ਤੇ ਮੇਰਾ ਕਿਰਾਇਆ ਲੱਗ ਗਿਆ, ਇਦੋਂ ਵੱਧ ਤੇ ਮੈਂ ਖਰਚ ਕੇ ਆ ਗਈ, ਮੈਨੂੰ ਕੀ ਮਿਲਿਆ ਹੈ? ਪਿਆਰ ਵਧਣ ਦੀ ਜਗ੍ਹਾ ਤੇ ਸਗੋਂ ਪਿਆਰ ਘਟ ਗਿਆ, ਨਫ਼ਰਤ ਪੈਦਾ ਹੋ ਗਈ, ਬੋਲ ਕਬੋਲ ਹੋ ਗਿਆ, ਮਾੜੇ ਬਚਨ ਮੂੰਹੋਂ ਨਿਕਲ ਗਏ ਤੇ ਕਈ ਵਾਰੀ ਦੂਰੀਆਂ ਇੰਨੀਆਂ ਪੈ ਗਈਆਂ ਵੀ ਉਹ ਮਿਟਾਉਣੀਆਂ ਬੜੀਆਂ ਔਖੇ। ਫਿਰ ਇਸ ਧਾਗੇ ਨੇ ਪਿਆਰ ਵਧਾਇਆ ਹੈ ਕਿ ਘਟਾਇਆ ਹੈ? ਵਧਾਇਆ ਨਹੀਂ, ਸਗੋਂ ਘਟਾਇਆ ਹੈ। ਨਫ਼ਰਤ ਪੈਦਾ ਕਰ ਗਿਆ, ਝਗੜਾ ਪੈਦਾ ਕਰ ਗਿਆ। ਇਸ ਕਰਕੇ ਬਚਨ ਇਹ ਹੈ ਮਹਾਰਾਜ ਸਾਹਿਬ ਜੀਆਂ ਦਾ, ਸ਼ਸਤਰ ਧਾਰੀ ਹੋ ਕੇ ਆਪਣੀ ਰੱਖਿਆ ਆਪ ਕਰੋ। ਰਿਸ਼ਤੇਦਾਰ ਨੂੰ ਮਿਲਣ ਜਾਓ ਜੀ, ਸਦਕੇ ਜਾਓ, ਉਹਦੀ ਖੁਸ਼ੀ ਵਿੱਚ ਸ਼ਾਮਲ ਹੋਵੋ, ਪਰ ਕਿਸੇ ਚੀਜ਼ ਦਾ ਕੋਈ ਬਹਾਨਾ ਲੈ ਕੇ ਇਸ ਤਰ੍ਹਾਂ ਦਾ ਕੰਮ ਨਾ ਕਰੀਏ ਕਿ ਗੁਰੂ ਤੋਂ ਦੂਰ ਹੋ ਜਾਈਏ ਔਰ ਕਿਸੇ ਦੇ ਗਿਲੇ ਸ਼ਿਕਵੇ ਦਾ ਕਾਰਨ ਬਣੀਏ। ਤੇ ਗੁਰਮੁਖੋ ਸਾਡੇ ਵਿੱਚ ਕੁਝ ਉਹ ਵੀ ਹੋਣਗੇ ਜਿਹੜੇ ਨਿਸ਼ਾਨ ਸਾਹਿਬ ਨੂੰ ਵੀ ਜਾ ਕੇ ਧਾਗਾ ਬੰਨ੍ਹਣਗੇ ਰੱਖੜੀ ਵਾਲੇ ਦਿਨ ਵੀ ਇਹ ਨਿਸ਼ਾਨ ਸਾਹਿਬ ਨੂੰ ਵੀ ਅਸੀਂ ਭਰਾ ਬਣਾ ਲਿਆ ਹੈ। ਤੇ ਕੁਝ ਆਉਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨੂੰ ਵੀ ਧਾਗਾ ਬੰਨ੍ਹਣਗੇ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਭਰਾ ਬਣ ਗਿਆ ਹੈ। ਨਹੀਂ, ਇਹ ਮਨਮਤ ਹੈ। ਨਾ ਆਪਾਂ ਨਿਸ਼ਾਨ ਸਾਹਿਬ ਦੇ ਧਾਗਾ ਬੰਨ੍ਹਣਾ ਹੈ, ਨਾ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪੀੜੇ ਨੂੰ ਧਾਗਾ ਬੰਨ੍ਹਣਾ ਹੈ। ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਨੀ ਹੈ। ਆਸਰਾ ਗੁਰਬਾਣੀ ਦਾ ਲੈਣਾ। ਇਹ ਧਾਗਿਆਂ ਦੇ ਨਾਲ ਕੁਝ ਨਹੀਂ ਬਣਦਾ, ਇਹ ਭਰਮ ਹੈ। ਇਸ ਭਰਮ ਨੂੰ ਆਪਾਂ ਲਾ ਕੇ ਪਰੇ ਕਰਨਾ ਹੈ। ਇਹ ਬਚਨ ਨੂੰ ਚੇਤੇ ਰੱਖਣਾ ਹੈ। ਇਹ ਨਹੀਂ ਵੀ ਆਪਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਇਤਿਹਾਸ ਸੁਣਦੇ ਹਾਂ, ਬਸ ਸੁਣਿਆ, ਕੁਝ ਸਮਾਂ ਮਨ ਪਰਚਾਵਾ ਹੋ ਗਿਆ ਤੇ ਭੁੱਲ ਗਏ। ਇਹਨਾਂ ਬਚਨਾਂ ਦੀ ਜਿੰਨਾ ਚਿਰ ਕਮਾਈ ਨਹੀਂ ਨਾ ਕਰਦੇ ਉਹਨਾਂ ਚਿਰ ਸਫਲੇ ਨਹੀਂ ਹੋਵਾਂਗੇ। ਇਸ ਕਰਕੇ ਬਚਨ ਜ਼ਰੂਰੀ ਹੈ। ਇਹ ਰੱਖੜੀ ਦਾ ਤਿਉਹਾਰ ਸਿੱਖ ਧਰਮ ਦੇ ਨਾਲ ਕਿਤੇ ਵੀ ਸੰਬੰਧ ਨਹੀਂ ਰੱਖਦਾ ਹੈ। ਜਿਹੜੇ ਲੋਕ ਵਪਾਰ ਕਰਨ ਵਾਲੇ ਨੇ ਉਹਨਾਂ ਨੇ ਬੇਬੇ ਨਾਨਕੀ ਜੀਆਂ ਨੂੰ, ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਰੱਖੜੀ ਬੰਨ੍ਹਦੀ ਵਿਖਾ ਕੇ ਇੱਕ ਫੋਟੋ ਬਣਾ ਦਿੱਤੀ ਹੈ ਜੋ ਵਿਕਦੀ ਪਈ ਹੈ ਬਾਜ਼ਾਰ ਵਿੱਚ। ਤੇ ਅਸੀਂ ਭਰਮ ਦੇ ਵਿੱਚ ਪੈ ਗਏ ਵੀ ਭੈਣ ਨੇ ਭਰਾ ਦੇ ਰੱਖੜੀ ਬੱਧੀ ਹੈ। ਇਹ ਕੇਵਲ ਇੱਕ ਕਲਪਨਾ ਹੈ, ਕੇਵਲ ਇੱਕ ਕਲਪਨਾ ਕਰਕੇ
ਤਸਵੀਰ ਬਣਾਈ ਹੈ। ਨਾ ਰੱਖੜੀ ਉਦੋਂ ਹੈ, ਨਾ ਕੋਈ ਤਿਉਹਾਰ ਸੀ, ਨਾ ਬੱਧੀ ਗਈ ਹੈ। ਇਹ ਤੇ ਕੇਵਲ ਵਿਖਾਇਆ ਗਿਆ ਹੈ। ਦੁਨੀਆ ਦੇ ਵਿੱਚ ਫੋਟੋ ਵੇਚਣ ਵਾਲੇ ਨੇ ਆਪਣਾ ਰੁਜ਼ਗਾਰ ਬਣਾਇਆ ਹੈ, ਪਰ ਹਕੀਕਤ ਉਹਦੇ ਵਿੱਚ ਕੋਈ ਨਹੀਂ, ਸਭ ਝੂਠ ਹੈ। ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਧਾਰਨ ਕਰਕੇ ਅਸੀਂ ਖੁਦ ਸ਼ਸਤਰ ਧਾਰੀ ਹੋ ਕੇ ਆਪਣੀ ਰੱਖਿਆ ਆਪ ਕਰਨੀ ਹੈ। ਮੰਨ ਲਓ ਕੋਈ ਭੈਣ ਵਿਦੇਸ਼ ਦੇ ਵਿੱਚ ਹੈ ਜਾਂ ਭਰਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਦੂਜਾ ਪਰਿਵਾਰ ਇੱਥੇ ਰਹਿੰਦਾ ਹੈ, ਉਹ ਰੱਖਿਆ ਕਰਨ ਵਾਸਤੇ ਉਸੇ ਵੇਲੇ ਕਿਵੇਂ ਆ ਜਾਏਗਾ? ਉੱਥੇ ਖੁਦ ਹੀ ਰੱਖਿਆ ਖੁਦ ਕਰਨੀ ਪਵੇਗੀ। ਅਤੇ ਭੈਣ ਅਤੇ ਭਰਾ ਦਾ ਪਿਆਰ ਤਾਂ ਹਮੇਸ਼ਾ ਹੀ ਜੀਵਤ ਰਹਿੰਦਾ, ਹਮੇਸ਼ਾ ਹੀ ਤਾਜ਼ਾ ਰਹਿੰਦਾ। ਇਹ ਕੋਈ ਮੋਬਾਈਲ ਫੋਨ ਦੀ ਸਿਮ ਥੋੜ੍ਹੀ ਹੈ ਵੀ ਮਹੀਨੇ ਬਾਅਦ ਉਹਦਾ ਰੀਚਾਰਜ ਕਰਾਓ, ਚੇਤਾ ਕਰਾਓ ਭੈਣ ਨੂੰ ਵੀ ਭਰਾਵਾ ਮੈਂ ਤੇਰੀ ਭੈਣ ਹੈਗੀ ਆ, ਮੇਰੀ ਰੱਖਿਆ ਕਰੀ। ਅਤੇ ਸਾਲ ਬਾਅਦ ਫਿਰ ਚੇਤਾ ਭੁੱਲ ਗਿਆ, ਫਿਰ ਜਾ ਕੇ ਚੇਤਾ ਕਰਾਇਆ। ਨਹੀਂ, ਐਸਾ ਪਿਆਰ ਨਹੀਂ ਹੈ। ਇਸ ਕਰਕੇ ਇਹਨਾਂ ਬਚਨਾਂ ਦੇ ਵੱਲ ਧਿਆਨ ਦੇਣਾ ਹੈ। ਗਇਓ ਭਾਜ ਘੋਰਾ ਜਵੈ ਸ਼ੂਸ਼ ਹੋਵਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਸਰਵਣ ਕਰਦੇ ਪਏ। ਗੁਰਮੁਖੋ ਮਹਾਰਾਜ ਜੀਆਂ ਨੇ ਉੱਤੇ 2 ਵਾਰੀ ਵਾਰ ਕੀਤਾ। ਪੈਂਡੇ ਖਾਂ ਨੇ ਮਹਾਰਾਜ ਦਾ ਪੂਰਾ ਮੱਥਾ ਨੰਗਾ ਹੈ। ਮੱਥਾ ਨੰਗਾ ਵੇਖ ਕੇ ਤੀਰ ਚਲਾਉਂਦਾ, ਪਰ ਤੀਰ ਨਿਸ਼ਾਨੇ 'ਤੇ ਨਹੀਂ ਲੱਗਦਾ। ਆਪਣੇ ਆਪ ਨੂੰ ਪੂਰਾ ਲੋਹੇ ਦੇ ਨਾਲ ਢੱਕ ਕੇ ਮਹਾਰਾਜ ਦੇ ਸਾਹਮਣੇ ਹੋ ਗਿਆ ਵੀ ਮੈਂ ਤੇ ਕਿਤਿਓਂ ਵੀ ਨੰਗਾ ਨਹੀਂ। ਕੰਨ ਦੇ ਕੋਲ ਜਿੰਨੀ ਕੁ ਬੀਬੀ ਬਿੰਦੀ ਲਾਉਂਦੀਆਂ ਨਾ ਆਪਣੇ ਮੱਥੇ ਦੇ ਵਿੱਚ, ਇੰਨਾ ਕੁ ਥਾਂ ਕੰਨ ਦੇ ਕੋਲ ਨੰਗਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ ਸ਼ਸਤਰ ਵਿਦਿਆ ਦਾ ਕਮਾਲ ਵੇਖੋ। ਮਹਾਰਾਜ ਨੇ ਤੀਰ ਚਲਾਇਆ, ਪੈਂਡੇ ਖਾਂ ਦੇ ਬਿਲਕੁਲ ਕੰਨ ਦੇ ਮੁੱਢ ਦੇ ਵਿੱਚ ਆ ਕੇ ਉਹ ਤੀਰ ਵੱਜਾ। ਪੈਂਡੇ ਖਾਨ ਆਪਣੇ ਘੋੜੇ ਤੋਂ ਉਥਲ ਕੇ ਕੁਹਾਟਲੀ ਖਾ ਕੇ ਥੱਲੇ ਧਰਤੀ ਤੇ ਡਿੱਗ ਪਿਆ ਹੈ। ਪਰਿਓ ਵੀਰ ਗਇਓ ਭਾਜ ਘੋਰਾ ਜਵੈ ਸ਼ੂਸ਼ ਹੋਵਾ। ਤੇ ਜਦੋਂ ਸਵਾਰ ਡਿੱਗਿਆ ਨਾ ਘੋੜੇ ਤੋਂ ਥੱਲੇ, ਤੇ ਘੋੜਾ ਡਰ ਗਿਆ। ਡਰ ਕੇ ਤੇ ਘੋੜਾ ਪੈਂਡੇ ਖਾਂ ਦਾ ਭੱਜ ਗਿਆ, ਦੌੜ ਗਿਆ। ਜਦੋਂ ਆਪਾਂ ਜੰਗ ਦੀ ਕਥਾ ਸਰਵਣ ਕਰਦੇ ਆ ਨਾ, ਜੰਗ ਦੇ ਵਿੱਚ ਸ਼ਹੀਦੀ ਹੁੰਦੀ ਹੈ, ਕੁਰਬਾਨੀ ਹੁੰਦੀ ਹੈ, ਉਦੋਂ ਅਸੀਂ ਜਕਾਰਾ ਛੱਡਦੇ ਹਾਂ। ਜਕਾਰਾ ਚੜ੍ਹਦੀ ਕਲਾ ਦਾ ਅਤੇ ਉਤਸ਼ਾਹ ਦੇਣ ਦਾ ਪ੍ਰਤੀਕ ਹੈ, ਤਾਂ ਆਪਾਂ ਜਕਾਰਾ ਛੱਡਦੇ ਹਾਂ, ਤਾਂ ਕਿ ਜੇ ਦੂਜੇ ਦਾ ਕਿਸੇ ਸਾਡੇ ਸਾਥੀ ਦਾ ਧਿਆਨ ਇੱਧਰ ਉੱਧਰ ਖਿੰਡਿਆ ਨਾ, ਉਹਦਾ ਧਿਆਨ ਵੀ ਉਸੇ ਵੇਲੇ ਉੱਥੇ ਆ ਜਾਵੇ ਵੀ ਇਹ ਕੋਈ ਵਾਕਿਆ ਸਰਵਣ ਕਰ ਰਹੇ ਹਾਂ ਜਿਹਦੇ ਕਰਕੇ ਜਕਾਰਾ ਛੱਡਿਆ ਗਿਆ। ਚੜ੍ਹਦੀ ਕਲਾ ਦਾ ਪ੍ਰਤੀਤ ਹੈ। ਮਹਾਰਾਜ ਕਿਰਪਾ ਕਰਨ, ਗੁਰੂ ਕੀ ਸੰਗਤ ਇਸੇ ਤਰ੍ਹਾਂ ਹੀ ਜਕਾਰੇ ਛੱਡਦੀ ਰਵੇ ਔਰ ਚੜ੍ਹਦੀ ਕਲਾ ਨੂੰ ਪ੍ਰਾਪਤ ਰਵੇ। ਕਹਿਣ ਲੱਗੇ ਪੈਂਡੇ ਖਾਨ ਡਿੱਗਿਆ ਧਰਤੀ ਤੋਂ ਥੱਲੇ, ਘੋੜੇ ਤੋਂ ਥੱਲੇ ਧਰਤੀ 'ਤੇ ਡਿੱਗਿਆ। ਘੋੜਾ ਡਰ ਗਿਆ, ਡਰ ਕੇ ਘੋੜਾ ਉਸ ਵੇਲੇ ਭੱਜ ਗਿਆ ਹੈ। ਪਰਿਓ ਵੀਰ ਭਾਰੋ ਚਮੂ ਦੌਨ ਜੋਵਾ। ਦੋਵਾਂ ਪਾਸਿਆਂ ਦੀ ਫੌਜ ਵੇਖਦੀ ਪਈ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਵੀ ਵੇਖਦਾ ਪਿਆ ਹੈ ਅਤੇ ਉਹ ਪੈਂਡੇ ਖਾਂ ਦੀ ਫੌਜ ਵੀ ਦੇਖਦੀ ਪਈ ਵੀ ਸਾਡਾ ਜਰਨੈਲ ਧਰਤੀ ਤੇ ਡਿੱਗ ਪਿਆ ਹੈ। ਗੁਰੂ ਸੈਫ ਖੈਂਚੀ ਵੱਡੀ ਤਤਕਾਲ। ਮਹਾਰਾਜ ਜੀਆਂ ਨੇ ਮਿਆਨ ਦੇ ਵਿੱਚੋਂ ਫਿਰ ਕਿਰਪਾਨ ਖਿੱਚ ਲਈ। ਜਿੱਥੇ ਪੈਂਡੇ ਖਾਂ ਡਿੱਗਾ ਪਿਆ ਸੀ ਨਾ, ਜੇ ਤੜਫਦਾ ਪਿਆ, ਜੇ ਮਰਿਆ ਨਹੀਂ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਮਿਆਨ ਦੇ ਵਿੱਚੋਂ ਆਪਣੀ ਜਿਹੜੀ ਸੈਫ ਹੈ ਨਾ, ਤਲਵਾਰ, ਬੜੇ ਜੋਸ਼ ਦੇ ਨਾਲ ਮਹਾਰਾਜ ਜੀਆਂ ਨੇ ਬਾਹਰ ਕੱਢੀ ਹੈ। ਭਏ ਸੀਸ ਉਪੈ ਖਰੇ ਕਹਿਓ ਤਾਲਾ। ਜਿਸ ਪਾਸੇ ਇਸ ਪੈਂਡੇ ਖਾਂ ਦਾ ਸਿਰ ਸੀ ਨਾ, ਮਹਾਰਾਜ ਸਿਰ ਵਾਲੇ ਪਾਸੇ ਜਾ ਕੇ ਖੜੇ ਹੋ ਗਏ। ਹੱਥ ਵਿੱਚ ਨੰਗੀ ਤਲਵਾਰ ਹੈ, ਚਿਹਰੇ ਦੇ ਉੱਪਰ ਮਹਾਰਾਜ ਜੀਆਂ ਦੇ ਬੜਾ ਜਲਾਲ ਹੈ। ਨੇਤਰ ਮਹਾਰਾਜ ਦੇ ਲਾਲ ਨੇ। ਹੱਥ ਵਿੱਚ ਨੰਗੀ ਤਲਵਾਰ ਲੈ ਕੇ ਪੈਂਡੇ ਖਾਂ ਦੇ ਸਿਰ ਵਾਲੇ ਪਾਸੇ ਜਾ ਕੇ ਖਲੋਤੇ ਹਨ। ਵਿਖੇ ਭੀਮ ਰੂਪੰ ਭਇਓ ਖਾਨ ਭੀਰਾ। ਜਦੋਂ ਵੇਖਿਆ ਨਾ ਇਸ ਪੈਂਡੇ ਖਾਂ ਨੇ ਵੀ ਮਹਾਰਾਜ ਤੇ ਅੱਜ ਬੜੇ ਭਿਆਨਕ ਸਰੂਪ ਵਿੱਚ ਆ ਗਏ, ਮੈਨੂੰ ਛੱਡਣਗੇ ਨਹੀਂ। ਜਿਹੜਾ ਵੱਡੇ ਵੱਡੇ ਪਹਿਲਾਂ ਦੰਗ ਮਜੇ ਮਾਰਦਾ ਸੀ ਵੀ ਮੇਰੇ ਵਰਗਾ ਹੈ ਹੀ ਕੋਈ ਨਹੀਂ ਹੈ, ਉਹ ਪੈਂਡੇ ਖਾਨ ਧਰਤੀ ਤੇ ਡਿੱਗਿਆ ਹੋਇਆ ਬੜਾ ਹੀ ਡਰ ਗਿਆ। ਸਰੀਰ ਕੰਬਦਾ ਪਿਆ ਹੈ, ਡਰਦਾ ਪਿਆ ਹੈ ਕਿ ਮੇਰੀ ਮੌਤ ਹੁਣ ਆ ਗਈ ਹੈ। ਮਹਾਤਰਾਸ ਮਾਨਿਓ ਮ੍ਰਿਤੂ ਤੇ ਅਧੀਰਾ। ਕਹਿਣ ਲੱਗੇ ਵੀ ਮੌਤ ਤੋਂ ਡਰ ਗਿਆ ਤੇ ਬੜਾ ਜ਼ਿਆਦਾ ਡਰਿਆ ਹੈ, ਹੁਣ ਆਪਣੇ ਆਪ ਦੀ ਸੰਭਾਲ ਨਹੀਂ ਕਰ ਪਾ ਰਿਹਾ, ਭੱਜਿਆ ਜਾ ਨਹੀਂ ਰਿਹਾ ਹੈ। ਮੈਂ ਬਚਾਂ ਤੇ ਕਿਵੇਂ ਬਚਾਂ? ਡਰ ਦੇ ਸਹਿਤ ਹੋ ਕੇ ਧਰਤੀ ਤੇ ਪਿਆ ਹੋਇਆ ਹੈ। ਭਨੇ ਦੀਨ ਬੈਨੰ ਗੁਰੂ ਜੀ ਰੱਖੀ ਜੈ। ਸਤਿਗੁਰਾਂ ਨੇ ਹੱਥ ਵਿੱਚ ਤਲਵਾਰ ਫੜੀ ਹੈ, ਪੈਂਡੇ ਖਾਂ ਨੇ ਹੱਥ ਜੋੜ ਲਿਆ, ਕਹਿਣ ਲੱਗਾ ਮਹਾਰਾਜ ਰੱਖ ਲਓ।
ਸਤਿਗੁਰੂ ਰੱਖ ਲਓ, ਬਖਸ਼ ਦਿਓ ਜਾਨ ਮੇਰੀ ਬਖਸ਼ ਦਿਓ, ਮਹਾਰਾਜ ਮਾਫ ਕਰ ਦਿਓ। ਪੈਂਡੇ ਖਾਨ ਧਰਤੀ ਤੇ ਡਿੱਗਿਆ ਹੋਇਆ, ਹੱਥ ਜੋੜ ਕੇ ਮੌਤ ਨੂੰ ਪਰੇ ਕਰਨ ਵਾਸਤੇ ਜ਼ਿੰਦਗੀ ਦੀ ਭੀਖ ਮੰਗਦਾ ਪਿਆ। ਮਹਾਰਾਜ ਬਖਸ਼ ਲੈਣਾ ਕਰੋ, ਬਖਸ਼ ਲੈਣਾ ਕਰੋ, ਵਾਰ-ਵਾਰ ਆਖਦਾ ਹੈ। ਮਹਾ ਤੇਗ ਤੀਖੀ ਨਾ ਗਰੀਵਾ ਕਟੀਜੈ। ਮਹਾਰਾਜ ਤੁਹਾਡੀ ਤਲਵਾਰ ਦੀ ਧਾਰ ਬੜੀ ਤਿੱਖੀ ਹੈ, ਵੇਖਿਓ ਕਿਤੇ ਚਲਾ ਨਾ ਦਿਓ ਤੁਸੀਂ, ਤੇ ਇੱਕ ਟੱਕ ਦੇ ਨਾਲ ਹੀ ਮੇਰੀ ਧੌਣ ਧੜ ਦੇ ਨਾਲੋਂ ਵੱਖਰੀ ਕਰ ਦਿਓਗੇ। ਸਤਿਗੁਰੂ ਤੁਹਾਡੀ ਤਲਵਾਰ ਦੀ ਧਾਰਾ ਵੇਖ ਕੇ ਡਰ ਲੱਗਦਾ ਹੈ। ਮਹਾਰਾਜ ਰਹਿਮ ਕਰੋ, ਰਹਿਮ ਕਰੋ, ਇਹ ਤਲਵਾਰ ਦਾ ਵਾਰ ਹੁਣ ਮੇਰੇ ਤੇ ਨਾ ਕਰਨਾ ਕਰੋ। ਪ੍ਰਭੂ ਫਿਰ ਬੋਲੇ ਪਠਾਨਾ ਸੰਭਾਲੋ। ਸਤਿਗੁਰੂ ਪਾਤਸ਼ਾਹ ਫਿਰ ਬੋਲੇ, ਕਹਿਣ ਲੱਗੇ ਉਹ ਪਠਾਣਾ, ਹੁਣ ਤੇ ਸ਼ੇਰਾਂ ਦੀ ਮੌਤ ਮਿਲਦੀ ਪਈ ਹੈ, ਕਿਉਂ ਕੈਰਾਂ ਵਾਂਗੂ ਡਰਦਾ ਪਿਆ? ਜੰਗ ਦੇ ਮੈਦਾਨ ਦੇ ਵਿੱਚ ਕਦੇ ਲਿਲੜੀਆਂ ਨਹੀਂ ਕੱਢੀ ਦੀਆਂ, ਕਦੇ ਤਰਲੇ ਨਹੀਂ ਮਾਰੀ ਦੇ, ਕਦੇ ਜ਼ਿੰਦਗੀ ਦੀ ਭੀਖ ਨਹੀਂ ਮੰਗੀ ਦੀ। ਸੂਰਮਿਆਂ ਨੂੰ ਇਹ ਕੰਮ ਸ਼ੋਭਾ ਨਹੀਂ ਦਿੰਦੇ ਹਨ। ਇਸ ਕਰਕੇ ਪਠਾਨ ਜਿਗਰਾ ਰੱਖ, ਹੌਸਲਾ ਰੱਖ, ਮੌਤ ਪ੍ਰਵਾਨ ਕਰ, ਪਰ ਭੀਖ ਨਾ ਮੰਗ। ਸਤਿਗੁਰੂ ਉਹਨੂੰ ਲਲਕਾਰ ਕੇ ਉਤਸ਼ਾਹ ਦਿੰਦੇ ਹਨ। ਅਬੈ ਰਾਖਵੇ ਕੋ ਲਖਿਓ ਕੌਣ ਕਲ। ਮਹਾਰਾਜ ਹੱਸ ਪੈ, ਕਹਿਣ ਲੱਗੇ ਪੈਂਡਿਆ ਹੁਣ ਬਚਾਉਣ ਦਾ ਕਿਹੜਾ ਸਮਾਂ ਤੂੰ ਲੱਭ ਲਿਆ ਵੀ ਮਹਾਰਾਜ ਬਚਾ ਲਵੋ? ਹੁਣ ਤੇ ਸਮਾਂ ਨਿਕਲ ਗਿਆ ਪੁੱਤਰਾ। ਸਮਾਂ ਉਦੋਂ ਸੀ ਆਨੰਦਪੁਰ ਸਾਹਿਬ ਤੇ ਹਮਲਾ ਨਾ ਕਰਦਾ, ਪਿੱਛੇ ਮੁੜ ਜਾਂਦਾ ਤੇ ਮੰਨ ਲੈਂਦੇ ਵੀ ਸਮਾਂ ਹੈ, ਪਰ ਜਦੋਂ ਕੋਈ ਚੜ੍ਹ ਕੇ ਆ ਜਾਵੇ ਨਾ ਤੇ ਫਿਰ ਵਾਰ ਕਰੇ ਤੇ ਫਿਰ ਉਹ ਬਾਅਦ ਵਿੱਚ ਜ਼ਿੰਦਗੀ ਦੀ ਭੀਖ ਮੰਗੇ, ਤੇ ਇਹ ਤੇ ਸਮਾਂ ਲੰਘ ਗਿਆ। ਹੁਣ ਉਹ ਸਮਾਂ ਨਹੀਂ ਰਿਹਾ। ਹੁਣ ਉਹ ਮਾਫੀ ਮੰਗਣ ਦਾ ਸਮਾਂ, ਜ਼ਿੰਦਗੀ ਦੀ ਖੈਰ ਮੰਗਣ, ਖੈਰਾਤ ਮੰਗਣ ਦਾ ਸਮਾਂ ਪੈਂਡੇ ਖਾਨ ਲੰਘ ਗਿਆ। ਉਹ ਸਮਾਂ ਨਹੀਂ ਰਹਿ ਗਿਆ। ਜੰਗ ਮੈਦਾਨ ਦੇ ਵਿੱਚ ਕਦੇ ਜ਼ਿੰਦਗੀ ਦੀ ਭੀਖ ਨਹੀਂ ਮੰਗੀ ਦੀ ਹੈ, ਬਹਾਦਰਾਂ ਦੇ ਵਾਂਗ ਮੌਤ ਪ੍ਰਵਾਨ ਕਰੀਦੀ ਹੈ। ਇਹ ਸਤਿਗੁਰੂ ਆਖਦੇ ਹਨ। ਕਰੋ ਯਾਦ ਕਲਮਾ ਲਖੋ ਪ੍ਰਾਨ ਅੰਤਾ। ਸਤਿਗੁਰੂ ਕਹਿਣ ਲੱਗੇ ਆਪਣੇ ਖੁਦਾ ਨੂੰ ਯਾਦ ਕਰੋ ਪੈਂਡਿਆ, ਤੇਰੀ ਮੌਤ ਦਾ ਸਮਾਂ ਆ ਗਿਆ ਹੈ, ਮੌਤ ਨੇੜੇ ਆ ਗਈ ਹੈ। ਹੁਣ ਜ਼ਿੰਦਗੀ ਨੂੰ ਨਾ ਚੇਤੇ ਕਰ, ਹੁਣ ਦੁਨੀਆ ਦੇ ਸੁੱਖ ਤੇ ਪਦਾਰਥਾਂ ਨੂੰ ਚੇਤੇ ਨਾ ਕਰ। ਹੁਣ ਜੇ ਯਾਦ ਕਰਨਾ ਤੇ ਖੁਦਾ ਨੂੰ ਕਰ, ਕਿਉਂਕਿ ਤੂੰ ਮੁਸਲਮਾਨ ਹੈ ਤੇ ਮੁਸਲਮਾਨ ਖੁਦਾ ਨੂੰ ਮੰਨਦਾ ਹੈ। ਕਲਮਾ ਪੜ੍ਹ ਲੈ, ਕਿਉਂਕਿ ਜਦੋਂ ਮੌਤ ਹੋਵੇਗੀ ਖੁਦਾ ਖੁਦਾ ਜਪੇਗਾ, ਹੋ ਸਕਦਾ ਤੈਨੂੰ ਮੋਕਸ਼ ਮਿਲ ਜਾਵੇ, ਮੁਕਤੀ ਮਿਲ ਜਾਵੇ। ਸਾਡੀ ਤਲਵਾਰ ਦਾ ਵਾਰ ਤੇਰੇ ਤੇ ਆਉਣ ਲੱਗਾ ਹੈ। ਆਪਣੇ ਖੁਦਾ ਨੂੰ ਯਾਦ ਕਰੋ ਪੈਂਡਿਆ, ਤੇਰਾ ਅਗਲਾ ਜੀਵਨ ਸੁਧਰ ਜਾਣਾ ਕਰੇ। ਮਹਾਬਾਨ ਘਾਵੋਂ ਬਚੈ ਨਾ ਕਦੰਤਾ। ਨਾਲ ਹੀ ਮਹਾਰਾਜ ਨੇ ਆਖਿਆ, ਕਹਿਣ ਲੱਗੇ ਹੋ ਸਕਦਾ ਤੈਨੂੰ ਅਸੀਂ ਜ਼ਿੰਦਗੀ ਦੇ ਵੀ ਦਿੰਦੇ, ਤੇਰੇ ਤੇ ਤਲਵਾਰ ਦਾ ਵਾਰ ਨਾ ਵੀ ਕਰਦੇ, ਪਰ ਪੈਂਡੇ ਖਾਨ ਸਾਡੇ ਤੀਰ ਦਾ ਵਾਰ ਤੇਰੇ ਤੇ ਇੰਨਾ ਡੂੰਘਾ ਲੱਗ ਗਿਆ ਜ਼ਖਮ, ਤੂੰ ਬਚਣਾ ਫਿਰ ਵੀ ਨਹੀਂ ਹੈ। ਮਰ ਤੇ ਤੂੰ ਜਾਣਾ ਹੈ, ਫਿਰ ਮਰੇਗਾ ਤੜਫ ਤੜਫ ਕੇ ਮੰਜੇ ਤੇ, ਕਈ ਦਿਨ ਲੰਘ ਜਾਣਗੇ ਵੈਦਾਂ ਹਕੀਮਾਂ ਦੀਆਂ ਦਵਾਈਆਂ ਖਾਂਦਿਆਂ, ਹਾਏ ਹਾਏ ਕਰਦਿਆਂ। ਕੁਝ ਸਮਾਂ ਲੰਘੇਗਾ, ਮੌਤ ਫਿਰ ਵੀ ਆਉਣੀ ਹੈ। ਸੂਰਮੇ ਦੀ ਮੰਜੇ ਤੇ ਪੈ ਕੇ ਮੌਤ ਆਵੇ ਉਹ ਸ਼ੁਭ ਨਹੀਂ ਹੈ। ਸੂਰਮੇ ਦੀ ਮੌਤ ਤੇ ਜੰਗ ਮੈਦਾਨ ਵਿੱਚ ਆਉਣੀ ਚਾਹੀਦੀ ਹੈ, ਬਾਅਦ ਵਿੱਚ ਤੜਫ ਕੇ ਮਰਨ ਨਾਲੋਂ ਚੰਗਾ ਹੈ ਹੁਣ ਸੂਰਮਿਆਂ ਵਾਲੀ ਮੌਤ ਮਰ, ਬਚਣਾ ਤੇ ਫਿਰ ਵੀ ਨਹੀਂ। ਹੋ ਸਕਦਾ ਅਸੀਂ ਤੇਰੇ ਤੇ ਵਾਰ ਨਾ ਵੀ ਕਰਦੇ, ਪਰ ਜ਼ਖਮ ਇੰਨਾ ਵੱਡਾ ਲੱਗ ਗਿਆ, ਬਚਣਾ ਤੇ ਹੈ ਨਹੀਂ। ਇਸ ਕਰਕੇ ਹੁਣ ਤੈਨੂੰ ਅਸੀਂ ਤੜਫਣ ਨਹੀਂ ਦੇਵਾਂਗੇ, ਤੈਨੂੰ ਤੜਫਣ ਤੋਂ ਪਹਿਲਾਂ ਹੀ ਇਸ ਸੰਸਾਰ ਤੋਂ ਰੁਖਸਤ ਕਰਨਾ ਚਾਹੁੰਦੇ ਹਾਂ। ਇਮੰ ਬੋਲਤੇ ਸੈਫ ਸਾਫੰ ਚਲਾਈ। ਇਸ ਤਰ੍ਹਾਂ ਕਹਿ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਹੱਥ ਵਿੱਚ ਫੜੀ ਹੋਈ ਤਲਵਾਰ, ਸਤਿਗੁਰਾਂ ਨੇ ਬੜੇ ਜ਼ੋਰ ਦਾ ਵਾਰ ਜਿਹੜਾ ਸੀ ਨਾ ਉਸ ਪੈਂਡੇ ਖਾਨ ਦੀ ਧੌਣ ਦੇ ਉੱਪਰ, ਗਰਦਨ ਦੇ ਉੱਪਰ ਕੀਤਾ ਹੈ। ਜੁਦੋ ਰੁੰਡ ਤੇ ਮੁੰਡ ਕੀਨੋ ਤਦਾਈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਪੈਂਡੇ ਖਾਨ ਦਾ ਧੜ ਇੱਕ ਪਾਸੇ ਤੇ ਧੌਣ ਇੱਕ ਪਾਸੇ ਉਸ ਵੇਲੇ ਜੁਦਾ ਜੁਦਾ ਕਰ ਦਿੱਤੀ। ਵੱਖਰੋ ਵੱਖਰੀ ਕਰ ਦਿੱਤੀ ਹੈ। ਧੌਣ ਕਿਸੇ ਪਾਸੇ ਰੜਦੀ ਪਈ ਹੈ, ਸਰੀਰ ਕਿਸੇ ਪਾਸੇ ਪਿਆ ਹੈ। ਸਤਿਗੁਰੂ ਪਾਤਸ਼ਾਹ ਦੇ ਹੱਥੋਂ ਮੌਤ ਵੀ ਮਿਲੇ ਨਾ, ਇਹ ਵੀ ਤੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਮਰੇਗਾ ਉਹ ਜ਼ਰੂਰ ਬਰ ਜ਼ਰੂਰ ਭਿਸਤ ਦੀ ਪ੍ਰਾਪਤੀ ਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਨੇ ਫਿਰ ਵੀ ਰਹਿਮ ਕੀਤਾ ਹੈ। ਇਹ ਤੜਫ ਤੜਫ ਕੇ ਮਰੇਗਾ, ਇਹਦੇ ਨਾਲੋਂ ਚੰਗਾ ਇਹਨੂੰ ਤੜਫਣ ਤੋਂ ਵੀ ਬਚਾ ਲਈਏ। ਮਰ ਤੇ ਫਿਰ ਵੀ ਜਾਣਾ ਹੈ, ਸਾਡੇ ਹੱਥੋਂ ਮੌਤ ਪਾਏਗਾ, ਭਿਸਤ ਨੂੰ ਪ੍ਰਾਪਤ ਹੋਵੇਗਾ। ਐਸੀ ਦਇਆ ਮਹਾਰਾਜ ਜੰਗ ਦੇ ਮੈਦਾਨ ਦੇ ਵਿੱਚ ਵੀ ਕਰਦੇ, ਮਰਦੇ ਮਰਦੇ ਨੂੰ ਵੀ ਮਹਾਰਾਜ ਖੈਰਾਤ ਪਾ ਦਿੰਦੇ।
ਐਸੀਆਂ ਬਖਸ਼ਿਸ਼ਾਂ ਕਰਦੇ ਹਨ। ਜਵੈ ਮਾਰ ਲੀਨੋ ਭਏ ਸ਼ਤਰ ਦੀਨੋ। ਜਦੋਂ ਵੇਖਿਆ ਵੀ ਜਰਨੈਲ ਮਰ ਗਿਆ ਫੌਜ ਦਾ, ਸਾਰੀ ਫੌਜ ਜਿਹੜੀ ਹੈ ਡਰ ਦੇ ਸਹਿਤ ਹੋ ਗਈ ਹੈ। ਫਤਿਹ ਖਾਲਸੇ ਦੇਖ ਆਨੰਦ ਕੀਨੋ। ਅਤੇ ਇਧਰੋਂ ਖਾਲਸੇ ਨੂੰ ਪਤਾ ਲੱਗ ਗਿਆ ਵੀ ਅਸੀਂ ਜਿੱਤ ਗਏ ਹਾਂ। ਜਦੋਂ ਜਰਨੈਲ ਮਰ ਗਿਆ ਹੁਣ ਲੜਨਾ ਕਿਹਨੇ ਹੈ? ਗੁਰੂ ਕੇ ਖਾਲਸੇ ਨੇ ਜਕਾਰੇ ਛੱਡ ਦਿੱਤੇ, ਮੰਨ ਲਓ ਕਿ ਫਤਿਹ ਪ੍ਰਾਪਤ ਕਰ ਲਈ ਹੈ। ਵਜੇ ਦੀਹ ਬਾਜੇ ਸੋ ਧੌਂਸੇ ਤੂੰ ਬੜੇ ਬੜੇ ਨਗਾਰੇ, ਰਣਜੀਤ ਨਗਾਰਾ ਮਹਾਰਾਜ ਜੀਆਂ ਨੇ ਉਸ ਵੇਲੇ ਸਿੱਖਾਂ ਨੇ ਬੜੇ ਜ਼ੋਰ ਦੇ ਨਾਲ ਵਜਾਇਆ, ਦੂਰ ਦੂਰ ਤੱਕ ਸੁਣਾਈ ਦਿੰਦਾ ਹੈ। ਆਪੋ ਆਪ ਮੈਂ ਵੀਰ ਬੰਕੇ ਤੇ ਬਕਾਰੇ। ਸੂਰਮੇ ਇੱਕ ਦੂਜੇ ਨੂੰ ਲਲਕਾਰਨ ਲੱਗ ਪਏ, ਕਹਿਣ ਲੱਗੇ ਛੇਤੀ ਕਰਕੇ ਹਮਲਾ ਕਰਕੇ ਜਿੰਨੇ ਕੋ ਮੁਗਲ ਬਚੇ ਨੇ ਇਹਨਾਂ ਨੂੰ ਤਲਵਾਰ ਦੀ ਭੇਟ ਕਰਨਾ ਕਰੋ। ਕਿਨੂੰ ਖੱਗ ਖੈਂਚੇ ਵੱਡੇ ਬਾਡ ਵਾਰੇ। ਕਹਿਣ ਲੱਗੇ ਕਈਆਂ ਨੇ ਤਲਵਾਰਾਂ ਬਾਹਰ ਕੱਢ ਲਈਆਂ ਤੇ ਫਿਰ ਬੜੇ ਬੜੇ ਭਿਆਨਕ ਵਾਰ ਕੀਤੇ ਹਨ। ਮਹਾਂ ਯੁੱਧ ਜੂਝੇ ਜੁਝਾਰੇ ਕਰਾਰੇ। ਇੰਨਾ ਭਿਆਨਕ ਯੁੱਧ ਹੋਇਆ ਹੈ ਕਿ ਸੂਰਮੇ ਜਿਹੜੇ ਸਨ ਉਹ ਜੰਗ ਮੈਦਾਨ ਵਿੱਚ ਸ਼ਹੀਦੀਆਂ ਪਾਉਂਦੇ ਪਏ ਹਨ। ਤੁਫੰਗਾਨ ਕੋ ਮਾਰ ਕੇ ਇੱਕ ਵਾਰੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਨੇ ਇੱਕੇ ਵਾਰੀ ਬੰਦੂਕਾਂ ਦੇ ਵਿੱਚੋਂ ਇੰਨੀਆਂ ਜ਼ਿਆਦੀਆਂ ਗੋਲੀਆਂ ਚਲਾਈਆਂ ਕਿ ਮੰਨ ਲਓ ਗੋਲੀਆਂ ਦਾ ਮੀਂਹ ਪੈਂਦਾ ਪਿਆ ਹੈ। ਮਿਲੀ ਦੌਨ ਸੈਨਾ ਪੇਰੇ ਭੇਰ ਭਾਰੀ। ਦੋਨਾਂ ਪਾਸਿਆਂ ਦੀ ਫੌਜ ਮਿਲੀ ਆਪਸ ਵਿੱਚ, ਇੱਕ ਦੂਜੇ ਦੇ ਉੱਪਰ ਤੀਰਾਂ ਦੇ ਨਾਲ, ਤਲਵਾਰਾਂ ਦੇ ਨਾਲ, ਗੋਲੀਆਂ ਦੇ ਨਾਲ ਭਿਅੰਕਰ ਵਾਰ ਹੋ ਰਹੇ ਹਨ। ਤਮੰਚੇ ਕਰਾ ਚੌਲ ਨੇਜ਼ੇ ਪ੍ਰਹਾਰੇ। ਕੋਈ ਤਮਾਚਾ ਨਾਮ ਗੁਰਮੁਖੋ ਪਿਸਤੌਲ ਦਾ, ਉਸ ਵੇਲੇ ਪਿਸਤੌਲ ਦੀ ਕਾਢ ਹੋ ਚੁੱਕੀ ਸੀ। ਕੁਝ ਆਪਣੇ ਪਿਸਤੌਲ ਦਾ ਵਾਰ ਕਰਦਾ ਪਿਆ ਹੈ, ਕੋਈ ਤਲਵਾਰ ਦਾ ਵਾਰ ਕਰਦਾ, ਕੋਈ ਨੇਜੇ ਦਾ ਵਾਰ ਕਰਦਾ ਹੈ। ਜਿਹੜੇ ਜਿਹੜੇ ਕਿਸੇ ਕੋਲ ਹਥਿਆਰ ਸਨ ਉਹਨਾਂ ਹਥਿਆਰਾਂ ਦੇ ਨਾਲ ਦੁਸ਼ਮਣ ਤੇ ਵਾਰ ਕੀਤੇ ਹਨ। ਗਿਰਿਓ ਸ਼ਰੌਨ ਭੂਮੰ ਦਬਿਓ ਖੇਹ ਸਾਰੇ। ਕਹਿਣ ਲੱਗੇ ਵੀ ਇਸ ਤਰ੍ਹਾਂ ਬਹੁਤ ਜ਼ਿਆਦਾ ਖੂਨ ਧਰਤੀ ਤੇ ਡੁੱਲਿਆ ਹੈ ਤੇ ਮਿੱਟੀ ਦਾ ਰੰਗ ਲਾਲ ਹੋ ਗਿਆ ਹੈ। ਧਕਾ ਧਕ ਧੀਰੰ ਹਥਾ ਵਤ ਹੋਏ। ਹੁਣ ਧੱਕ ਮਧੱਕੇ ਵਾਲਾ ਜੰਗ ਹੈ, ਇੱਕ ਦੂਜੇ ਨੂੰ ਧੱਕਾ ਮਾਰ ਕੇ ਥੱਲੇ ਸੁੱਟਦੇ ਤੇ ਹੱਥੋਂ ਹੱਥੀ ਦਾ ਜੰਗ ਇੱਕ ਦੂਜੇ ਦੇ ਨਾਲ ਸ਼ੁਰੂ ਹੋ ਗਿਆ ਹੈ। ਕਿਨੈ ਮਾਰ ਸਾਗੰ ਸੋ ਬੀਰੰ ਪਰੋਏ। ਕਿਸੇ ਨੇ ਸਾਂ ਕਹੀਏ ਬਰਸ਼ੀ ਮਾਰ ਕੇ ਤੇ ਦੁਸ਼ਮਣ ਨੂੰ ਪਰੋ ਦਿੱਤਾ ਹੈ। ਬਰਸ਼ੀ ਪੇਟ ਦੇ ਵਿੱਚ ਮਾਰ ਕੇ ਤੇ ਪੇਟ ਦੇ ਵਿੱਚੋਂ ਦੀ ਬਾਹਰ ਕੱਢ ਦਿੱਤੀ ਹੈ। ਵਿਖਿਓ ਭੀਮ ਜੁਦੰ ਨਿਰਪੰ ਭੀਮ ਚੰਦੰ। ਗੁਰਮੁਖੋ ਜਦੋਂ ਭਿਆਨਕ ਜੰਗ ਹੋਇਆ ਨਾ, ਜਿਹੜੇ ਰਾਜੇ ਹੁੰਦੇ ਨੇ ਉਹ ਕਦੇ ਜੰਗ ਵਿੱਚ ਆਪ ਨਹੀਂ ਮਰਦੇ। ਰਾਜਿਆਂ ਦਾ ਕੰਮ ਹੁੰਦਾ ਦਾ ਵੇਖਣਾ ਵੀ ਕਿੱਧਰ ਦਾ ਭਾਰੀ ਪੈਂਦਾ। ਜਦੋਂ ਭੀਮ ਚੰਦ ਰਾਜੇ ਨੇ ਵੇਖਿਆ ਨਾ ਵੀ ਖਾਲਸੇ ਦਾ ਜ਼ੋਰ ਪੈ ਗਿਆ ਤੇ ਸਾਡਾ ਤੇ ਜਰਨੈਲ ਵੀ ਮਾਰਿਆ ਗਿਆ, ਤੇ ਭੀਮ ਚੰਦ ਰਾਜੇ ਨੇ ਵੇਖਿਆ ਵੀ ਹੁਣ ਤੇ ਭੱਜਣਾ ਚਾਹੀਦਾ, ਜਾਨ ਬਚਾਉਣੀ ਚਾਹੀਦੀ ਹੈ। ਇਹ ਜਿੰਨੇ ਰਾਜੇ ਨੇ, ਸਰਕਾਰਾਂ ਨੇ, ਕੇਵਲ ਲੋਕਾਂ ਨੂੰ ਲੜਾ ਸਕਦੇ ਨੇ ਆਪਸ ਵਿੱਚ ਗਲਤ ਬਿਆਨਬਾਜ਼ੀ ਕਰਕੇ, ਪਰ ਜਦੋਂ ਆਪਣੇ ਤੇ ਮਾਰ ਪੈਂਦੀ ਹੈ ਨਾ ਫਿਰ ਉਸ ਵੇਲੇ ਖੁੱਡੇ 'ਚ ਵੜ ਜਾਂਦੇ, ਫਿਰ ਨਹੀਂ ਬੋਲਦੇ, ਝੱਟ ਹੀ ਮਾਫੀ ਮੰਗ ਲੈਂਦੇ, ਬਿਆਨ ਬਦਲ ਜਾਂਦੇ। ਇਹ ਰਾਜੇ ਲੋਕ ਕਦੇ ਆਪ ਨਹੀਂ ਲੜਦੇ ਮਰਦੇ, ਦੂਜਿਆਂ ਨੂੰ ਲੜ ਮਰਾ ਕੇ ਤਮਾਸ਼ਾ ਵੇਖਦੇ, ਰਾਜਨੀਤੀ ਕਾਇਮ ਰੱਖਦੇ। ਭੀਮ ਚੰਦ ਨੇ ਵੇਖਿਆ ਵੀ ਹੁਣ ਜੇ ਜੰਗ ਵਿੱਚ ਖੜਾਂਗਾ ਤੇ ਛੱਡਣਾ ਤੇ ਮੈਨੂੰ ਵੀ ਨਹੀਂ, ਆਪਣੀ ਜਾਨ ਬਚਾਉਣ ਵਾਸਤੇ ਭਇਓ ਤਰਾਸ ਭਾਰੀ ਜੇ ਔਰੇ ਨਰਦੰ। ਬੜਾ ਜ਼ਿਆਦਾ ਡਰ ਮਨ ਵਿੱਚ ਮੰਨਿਆ ਹੈ ਤੇ ਹੋਰਾਂ ਮਨੁੱਖਾਂ ਦੇ ਨਾਲ ਉਸ ਵੇਲੇ ਜਿਹੜਾ ਰਾਜਾ ਹੈ। ਭਲਾਏ ਪਹਾੜੀ ਨਹੀਂ ਪਾਏ ਜਾਮੇ। ਗੁਰਮੁਖੋ ਜੰਗ ਮੈਦਾਨ ਦੇ ਵਿੱਚੋਂ ਪਹਾੜੀਏ ਦੌੜਨੇ ਸ਼ੁਰੂ ਹੋ ਗਏ। ਜਿੰਨੇ ਪਹਾੜੀ ਰਾਜੇ ਸਨ, ਪਹਾੜੀਆਂ ਦੀ ਫੌਜ ਵੇਖਿਆ ਖਾਲਸੇ ਦਾ ਜ਼ੋਰ ਪੈ ਗਿਆ। ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਜੰਗ ਜਿੱਤ ਲਿਆ ਹੈ। ਪਹਾੜੀਏ ਜੰਗ ਮੈਦਾਨ ਦੇ ਵਿੱਚੋਂ ਦੌੜਨੇ ਸ਼ੁਰੂ ਹੋ ਗਏ ਹਨ। ਵਿਖੈ ਸੈਂਕੜੇ ਵੀਰ ਕੋ ਜੰਗ ਧਾਮੇ। ਕਿਉਂਕਿ ਵੇਖਿਆ ਵੀ ਸੈਂਕੜੇ ਜਿਹੜੇ ਸੂਰਮੇ ਨੇ ਉਹ ਜੰਗ ਦੇ ਮੈਦਾਨ ਦੇ ਵਿੱਚ ਮਰ ਚੁੱਕੇ ਹਨ। ਵੱਡੋ ਹੀਲ ਕਾਲਾ ਸਵੈ ਸਿੰਘ ਧਾਏ। ਗੁਰੂ ਕੇ ਖਾਲਸੇ ਨੇ ਬੜਾ ਭਿਆਨਕ ਜੰਗ ਕੀਤਾ ਹੈ ਅਤੇ ਜੰਗ ਕਰਕੇ ਇਹਨਾਂ ਨੂੰ ਮਾਰਿਆ ਹੈ। ਮਨੋਬਰਿੰਦ ਮਿਰਗਾਨ ਪੈ ਸਿੰਘ ਆਏ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਹਿਰਨਾਂ ਦਾ ਝੁੰਡ ਹੋਵੇ ਤੇ ਉਹਦੇ ਉੱਪਰ ਸ਼ੇਰ ਪੈ ਜਾਵੇ, ਇਸ ਤਰ੍ਹਾਂ ਮੁਗਲਾਂ ਦੇ ਉੱਪਰ ਗੁਰੂ ਖਾਲਸਾ ਪੈ ਗਿਆ ਹੈ। ਅਰੇ ਜੋ ਮਰੇ ਭਾਜ ਚਾਲੇ ਸੋ ਬਾਚੇ। ਜਿਹੜੇ ਤੇ ਅੱਗੋਂ ਅੜੇ ਉਹ ਮਰ ਗਏ, ਜਿਹੜੇ ਭੱਜ ਪਏ ਉਹ ਜਾਨ ਬਚਾ ਕੇ ਦੌੜੇ ਜਾਂਦੇ।
ਫੌਜ ਜਿਹੜੀ ਬਹੁਤ ਜ਼ਿਆਦੀ ਮਰੀ ਹੋਈ ਹੈ। ਰਹੀ ਜੀਵਤੀ ਜੰਗ ਦੇਖੇ ਡਰੀ ਹੈ। ਜਿਹੜੇ ਜਿਉਂਦੇ ਰਹਿ ਗਏ ਕਹਿਣ ਲੱਗੇ ਉਹ ਜੰਗ ਦਾ ਵੇਖ ਕੇ ਕਰਤੱਵ ਤੇ ਡਰ ਕੇ ਭੱਜ ਗਏ ਹਨ। ਉਤੋਂ ਦੀਨ ਬੇਗਮ ਲੱਗਿਓ ਆਏ ਅੰਗੇ। ਗੁਰਮੁਖੋ ਦੋ ਜਰਨੈਲ ਸਨ, ਇੱਕ ਸੀ ਦੀਨਾ ਬੇਗ, ਇੱਕ ਸੀ ਪੈਂਡੇ ਖਾਨ। ਪੈਂਡੇ ਖਾਨ ਮਰ ਗਿਆ, ਦੀਨਾ ਬੇਗ ਜ਼ਖਮੀ ਹੋ ਗਿਆ, ਬਹੁਤ ਜ਼ਿਆਦਾ ਜ਼ਖਮ ਲੱਗ ਗਿਆ, ਬਚਣ ਦੀ ਉਹਦੀ ਵੀ ਕੋਈ ਆਸ ਨਹੀਂ ਹੈ। ਮੁਗਲ ਫੌਜ ਦੇ ਦੋਨੇ ਜਰਨੈਲ ਮੰਨ ਲਓ ਮਾਰੀ ਗਏ, ਇੱਕ ਫੱਟੜ ਹੋ ਗਿਆ, ਇੱਕ ਜਿਹੜਾ ਹੈ ਰੱਬ ਨੂੰ ਪਿਆਰਾ ਹੋ ਗਿਆ ਹੈ। ਇਸ਼ਾਰੀ ਹਟਿਓ ਭੀਮ ਦੇਖੇ ਭੁਜੰਗੇ। ਇਸ ਤਰ੍ਹਾਂ ਭਿਆਨਕ ਜੰਗ ਵੇਖ ਕੇ ਉਹਨਾਂ ਨੇ ਫੱਟੜ ਜਰਨੈਲ ਆਪਣਾ ਮੋਢੇ ਤੇ ਚੁੱਕਿਆ ਤੇ ਪਿੱਛੇ ਹਟ ਪਏ ਹਨ। ਲੜੈ ਕੌਣ ਫੇਰੰ ਗਏ ਹਾਰ ਦੋ। ਹੁਣ ਸੋਚਦੇ ਕੌਣ ਲੜੇ ਅੱਗੇ ਹੋ ਗਏ, ਆਪਾਂ ਤੇ ਜੰਗ ਮੈਦਾਨ ਨੂੰ ਹਾਰ ਗਏ ਹਾਂ। ਬਿਲੋਕੈ ਪਲਾਏ ਥਰਿਓ ਹੈ ਨਾ ਕੋ। ਸੋ ਭੱਜੇ ਜਾਂਦੇ ਵੇਖੇ ਜਾਂਦੇ, ਕੋਈ ਵੀ ਜੰਗ ਮੈਦਾਨ ਵਿੱਚ ਖਲੋਤਾ ਨਹੀਂ ਹੈ। ਗਇਓ ਦੀਨ ਬੇਗਮ ਜਬੈ ਜੰਗ ਤਿਆਗੇ। ਜਦੋਂ ਦੀਨਾ ਬੇਗ ਵੀ ਜੰਗ ਵਿੱਚੋਂ ਨਿਕਲ ਗਿਆ, ਪਿੱਛੇ ਮੁੜ ਪਿਆ ਤੇ ਸਮਝ ਲਓ ਵੀ ਹੁਣ ਕੋਈ ਖੜ ਨਹੀਂ ਸਕਦਾ ਹੈ। ਬਿਨਾ ਧੀਰ ਜੋਧਾ ਆਪੋ ਆਪ ਭਾਗੇ। ਇਹ ਸੂਰਮੇ ਜਿਹੜੇ ਸਨ ਧੀਰਜ ਛੱਡ ਕੇ ਤੇ ਭੱਜ ਪਏ। ਜਿੱਧਰ ਨੂੰ ਰਾਹ ਮਿਲਿਆ ਨਾ ਅਨੰਦਪੁਰ ਸਾਹਿਬ ਤੋਂ ਭੱਜੇ ਤੇ ਭੱਜਦੇ ਭੱਜਦੇ ਕਿੱਥੇ ਗਏ ਉਹ ਆਪਾਂ ਸੁਣਾਂਗੇ ਵੀ ਕਿੱਥੋਂ ਤੱਕ ਭਜਾਇਆ ਗੁਰੂ ਕੇ ਖਾਲਸੇ ਨੇ। ਕਹਿਣ ਲੱਗੇ ਜਿੱਧਰ ਨੂੰ ਰਾਹ ਮਿਲਿਆ ਦੌੜ ਗਏ ਹਨ। ਇਸ਼ਾਰੀ ਪਰਿਓ ਖਾਲਸਾ ਨਾਹੀ ਸ਼ੋਰ। ਗੁਰੂ ਕਾ ਖਾਲਸਾ ਮਗਰ ਪੈ ਗਿਆ ਵੀ ਇਹਨਾਂ ਨੂੰ ਭਜਦਿਆਂ ਨੂੰ ਵੀ ਅੱਜ ਛੱਡਣਾ ਨਹੀਂ ਹੈ। ਤਵਾਏ ਤੁਰੰਗਾਨ ਕੋ ਛਤਰ ਉਹ ਹੈ। ਇਸ ਤਰ੍ਹਾਂ ਦੁਸ਼ਮਣ ਜਿਹੜੇ ਆਪੋ ਆਪਣੇ ਘੋੜੇ ਭਜਾ ਕੇ ਦੌੜ ਰਹੇ ਹਨ। ਚੌਪਈ ਰੋਪਰ ਨਿਕਟ ਔਰ ਪੁਰ ਔਰ। ਕਹਿਣ ਲੱਗੇ ਆਨੰਦਪੁਰ ਸਾਹਿਬ ਤੋਂ ਭੱਜੇ ਤੇ ਰੋਪੜ ਤੱਕ ਆ ਗਏ। ਮੁਗਲਾਂ ਦੀ ਫੌਜ ਅੱਗੇ ਅੱਗੇ ਦੌੜੀ ਜਾਂਦੀ ਹੈ, ਗੁਰੂ ਕਾ ਖਾਲਸਾ ਘੋੜਿਆਂ ਤੇ ਚੜ੍ਹਿਆ ਹੋਇਆ ਉਹਨਾਂ ਦੇ ਮਗਰ ਦੌੜਿਆ ਹੁੰਦਾ ਹੈ। ਆਨੰਦਪੁਰ ਸਾਹਿਬ ਤੋਂ ਭੱਜੇ, ਭੱਜਦਿਆਂ ਭੱਜਦਿਆਂ ਰੋਪੜ ਪਹੁੰਚ ਗਏ, ਪਰ ਰੋਪੜ ਪਹੁੰਚਣ ਤੱਕ ਵੀ ਪਿੱਛਾ ਨਹੀਂ ਛੱਡਿਆ ਹੈ। ਕਹਿਣ ਲੱਗੇ ਇੱਥੋਂ ਵੀ ਅਜੇ ਇਹਨਾਂ ਨੂੰ ਅੱਗੇ ਲੈ ਕੇ ਜਾਣਾ ਹੈ। ਫਿਰ ਚੱਲਦੇ ਪਏ ਹਨ। ਖਿਦਰਾਬਾਦ ਵਸੈ ਤਿਸ ਠੌਰ। ਗੁਰਮੁਖੋ ਇੱਕ ਖਿਜਰਾਬਾਦ ਨਾਮ ਦਾ ਨਗਰ ਹੈ, ਆਪਣੇ ਨੇੜੇ ਹੀ ਹੈ। ਖਿਜਰਾਬਾਦ ਇਤਿਹਾਸਕ ਸਥਾਨ ਹੈ 10ਵੇਂ ਪਾਤਸ਼ਾਹ ਮਹਾਰਾਜ ਜੀਆਂ ਦਾ। ਰੋਪੜ ਤੋਂ ਫੌਜ ਨੂੰ ਭਜਾਇਆ ਹੈ, ਭਜਦਿਆਂ ਭਜਦਿਆਂ ਖਿਜਰਾਬਾਦ ਤੱਕ ਆ ਗਿਆ। ਖਿਜਰਾਬਾਦ ਨਗਰ ਵਸਦਾ ਹੈ, ਇੱਥੋਂ ਤੱਕ ਉਹਨਾਂ ਮੁਗਲਾਂ ਨੂੰ ਭਜਾਇਆ। ਮੁਗਲ ਅੱਗੇ ਅੱਗੇ ਦੌੜੇ ਜਾਂਦੇ, ਖਾਲਸਾ ਮਗਰ ਲੱਗਾ ਹੋਇਆ ਤੇ ਮਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਆਉਂਦੇ। ਚਲਦਿਆਂ ਚਲਦਿਆਂ ਮਹਾਰਾਜ ਆਪ ਖਿਜਰਾਬਾਦ ਪਹੁੰਚੇ ਹਨ। ਤਿਸ ਹੀ ਦੇਸ਼ ਦਲ ਗਇਓ ਪਲਾਈ। ਇਧਰ ਨੂੰ ਮੁਗਲਾਂ ਦੀ ਫੌਜ ਅੱਗੇ ਨੂੰ, ਜਿੱਧਰ ਨੂੰ ਰਸਤਾ ਮਿਲਿਆ, ਕਿਤੇ ਪਾਣੀ ਦੇ ਕਿਨਾਰੇ, ਕਿਤੇ ਝੱਲ ਜੰਗਲ ਨੂੰ ਦੌੜ ਗਏ ਹਨ। ਜਾਹੇ ਖਾਲਸਾ ਪੀਠ ਪਰ ਦਵਾਈ। ਗੁਰੂ ਕਾ ਖਾਲਸਾ ਮਗਰ ਦੌੜਿਆ ਜਾਂਦਾ ਹੈ, ਭੱਜਿਆਂ ਜਾਂਦਿਆਂ ਦਾ ਵੀ ਪਿੱਛਾ ਕੀਤਾ ਜਾ ਰਿਹਾ ਹੈ, ਜੰਗਲ ਨੂੰ ਭਜਦੇ ਜਾਂਦੇ ਹਨ। ਮਾਰਤ ਜਾਤ ਭਜਾਵਤ ਜਾਤ। ਅੱਗੇ ਅੱਗੇ ਮੁਗਲ ਭਜਦੇ ਜਾਂਦੇ, ਮਗਰ ਮਗਰ ਖਾਲਸਾ ਭਜਾ ਕੇ ਇਹਨਾਂ ਨੂੰ ਮਾਰ ਮਾਰ ਕੇ ਧਰਤੀ ਤੇ ਸੁੱਟਦਾ ਹੈ। ਲੇਹ ਤੁਰੰਗ ਸ਼ਸਤਰ ਭਟ ਘਾਤ। ਅਤੇ ਜਿਹੜਾ ਕੋਈ ਮਾਫੀ ਮੰਗਦਾ ਹੈ ਨਾ, ਉਹਨੂੰ ਕਿਹਾ ਜਾਂਦਾ ਸ਼ਸਤਰ ਲਾ ਕੇ ਇੱਥੇ ਰੱਖ ਦੇ, ਆਪਣਾ ਘੋੜਾ ਛੱਡ ਕੇ ਤੇ ਦੌੜਦਾ ਜੇ ਜਾਣਾ ਹੈ। ਘੋੜਾ ਖੋਲਿਆ ਜਾਂਦਾ, ਸ਼ਸਤਰ ਖੋਲੇ ਜਾਂਦੇ। ਮੁਗਲਾਂ ਦੀ ਫੌਜ ਦੇ ਘੋੜੇ ਤੇ ਸ਼ਸਤਰ ਖਾਲਸੇ ਨੇ ਖੋਲੇ ਹਨ। ਵਧਿਓ ਅਧਿਕ ਮਨ ਸਿੰਘਨ ਕੇਰਾ। ਤੇ ਸਿੰਘਾਂ ਦੇ ਮਨ ਦੇ ਵਿੱਚ ਉਤਸ਼ਾਹ ਵੀ ਬੜਾ ਵੱਧ ਗਿਆ ਕਿ ਅਸੀਂ ਮੁਗਲਾਂ ਦੀ ਫੌਜ ਨੂੰ ਅੱਗੇ ਲਾ ਲਿਆ ਹੈ। ਕਾਤੁਰ ਬੜੋ ਤੁਰਕ ਦਲ ਹੇਰਾ। ਅੱਜ ਵੇਖਿਆ ਵੀ ਇਹ ਜਿਹੜਾ ਮੁਗਲਾਂ ਦਾ ਦਰ ਬੜਾ ਜ਼ਿਆਦਾ ਡਰਪੋਕ ਦਲ ਹੈ, ਡਰਪੋਕ ਫੌਜ ਹੈ, ਝਾਟੀ ਸਾਡੇ ਅੱਗੇ ਲਾ ਕੇ ਦੌੜ ਗਈ ਹੈ। ਲੂਟ ਲੂਟ ਆ ਯੁੱਧ ਗਨਬਾਜ। ਇਹਨਾਂ ਨੇ ਉਹਨਾਂ ਦੇ ਘੋੜੇ ਤੇ ਸ਼ਸਤਰ ਸਾਰੇ ਖੋਲੇ। ਜਿਹੜਾ ਕੋਈ ਜ਼ਿੰਦਗੀ ਬਚਾ ਕੇ ਜਾਣਾ ਚਾਹੁੰਦਾ ਉਹ ਆਪਣਾ ਘੋੜਾ ਤੇ ਸ਼ਸਤਰ ਸਾਨੂੰ ਦੇ ਕੇ ਨੰਗੇ ਹੱਥੀ ਤੇ ਨੰਗੇ ਹੱਥੀ ਪੈਰੀਂ ਤੇ ਨੰਗੇ ਹੱਥੀਂ ਜਾ ਸਕਦਾ ਜਿਹਨੇ ਬਚਣਾ ਹੈ। ਅਪਰਸੈਨ ਕੋ ਸਕਲ ਸਮਾਜ। ਬਾਕੀ ਜਿਹੜਾ ਫੌਜ ਦਾ ਸਾਰਾ ਸਮਾਨ ਹੈ, ਮਾਰੇ ਪੁੰਜ ਰਹੇ ਤ੍ਰਿਪਤਾਏ। ਬਹੁਤੇ ਮਰ ਗਏ ਤੇ ਕੁਝ ਬਚੇ ਹਨ। ਤਉ ਖਾਲਸਾ ਮਾਰਤ ਜਾਏ। ਤਾਂ ਵੀ ਗੁਰੂ ਦਾ ਖਾਲਸਾ ਮਗਰ ਮਾਰਦਾ ਜਾਂਦਾ ਹੁਣ ਹੈ। ਸਤਿਗੁਰ ਨੇ ਦੂਤ ਪਠਾਇਓ। ਸਤਿਗੁਰੂ ਪਾਤਸ਼ਾਹ ਬੈਠੇ ਹੋਏ ਖਿਜਰਾਬਾਦ ਨਗਰ ਵਿੱਚ, ਮਹਾਰਾਜ ਬੈਠ ਗਏ ਆ ਕੇ। ਮਹਾਰਾਜ ਨੇ ਵੇਖਿਆ ਖਾਲਸਾ ਤੇ ਮਗਰ ਦੌੜਿਆ ਜਾਂਦਾ ਹੈ, ਮੁਗਲਾਂ ਦੀ ਫੌਜ ਨੂੰ ਅੱਗੇ ਲਾ ਕੇ ਭਜਾਈ ਜਾਂਦਾ ਹੈ। ਸਤਿਗੁਰਾਂ ਨੇ ਮਗਰੋਂ 2-4 ਸਿੰਘ ਭੇਜੇ, ਸੁਨੇਹਾ ਭੇਜਿਆ ਮਹਾਰਾਜ ਕੀ ਕਹਿੰਦੇ ਹਨ। ਜਾਤ ਖਾਲਸਾ ਸਗਲ ਹਟਾਇਓ। ਮਹਾਰਾਜ ਨੇ ਖਾਲਸੇ ਨੂੰ ਆਖਿਆ ਖਾਲਸਾ ਜੀ ਰੁਕ ਜਾਓ, ਭੱਜੇ ਜਾਂਦੇ ਦੁਸ਼ਮਣ ਤੇ ਵਾਰ ਨਹੀਂ ਕਰੀਦਾ। ਜੇ ਜੰਗ ਮੈਦਾਨ ਛੱਡ ਗਏ, ਇਹਦੇ ਤੋਂ ਵੱਡੀ ਨਲਾਇਕੀ ਕੀ ਹੋ ਸਕਦੀ ਹੈ। ਬਹੁਤ ਵੱਡੇ ਨਲਾਇਕ ਨੇ, ਜਾਣ ਦਿਓ। ਜਿਹੜਾ ਭੱਜ ਕੇ ਜ਼ਿੰਦਗੀ ਬਚਾਉਂਦਾ ਬਚਾ ਲੈਣ ਦਿਓ।
ਜੀ ਕਹਿਣ ਲੱਗੇ ਉੱਥੇ ਟਿਕੇ ਹੋਏ ਨੇ ਖਿਜਰਾਬਾਦ ਦੀ ਧਰਤੀ ਤੇ, ਉਸ ਨਗਰ ਵਿੱਚ ਮਹਾਰਾਜ ਬੈਠੇ ਹਨ। ਖਿਦਰਾਬਾਦ ਤੁਰਕ ਬਰ ਗਏ। ਇਹ ਜਿਹੜੇ ਤੁਰਕ ਸਨ ਇਹ ਖਿਜਰਾਬਾਦ ਦੇ ਵਿੱਚੋਂ ਦੀ ਨਿਕਲ ਕੇ ਸੱਜੇ ਖੱਬੇ ਜਿੱਧਰ ਨੂੰ ਕਿਤੇ ਰਾਹ ਮਿਲਿਆ ਉਧਰ ਨੂੰ ਦੌੜ ਗਏ ਹਨ। ਤਹਾਂ ਸੰਭਾਲ ਕਰਤ ਨਿਜ ਤੇ ਭਏ। ਜਦੋਂ ਖਿਜਰਾਬਾਦ ਤੋਂ ਅੱਗੇ ਨਿਕਲ ਗਏ ਮਹਾਰਾਜ ਖਾਲਸਾ ਫੌਜ ਲੈ ਕੇ ਖਿਜਰਾਬਾਦ ਬੈਠ ਗਏ। ਖਿਜਰਾਬਾਦ ਨਿਕਲਣ ਤੋਂ ਮਗਰੋਂ ਇਹਨਾਂ ਨੇ ਸੰਭਾਲ ਕੀਤੀ ਹੈ ਵੀ ਸਾਡੇ ਨਾਲ ਦਾ ਕੋਈ ਬਚਿਆ ਵੀ ਹੈ ਕਿ ਅਸੀਂ ਸਾਰੇ ਹੀ ਮਰ ਗਏ। ਭੱਜੇ ਜਾਂਦਿਆਂ ਨਹੀਂ ਕਿਸੇ ਨੇ ਵੇਖਿਆ ਵੀ ਮੇਰਾ ਕੋਈ ਰਿਸ਼ਤੇਦਾਰ ਤਾਂ ਨਹੀਂ ਜੰਗ ਵਿੱਚ ਰਹਿ ਗਿਆ, ਮੈਂ ਕਿਸੇ ਨੂੰ ਚੁੱਕ ਲਵਾਂ, ਫੜ ਲਵਾਂ, ਆਸਰਾ ਦੇ ਦੇਵਾਂ। ਨਹੀਂ, ਉਦੋਂ ਤੇ ਜਾਨ ਬਚਾ ਕੇ ਆਪੋ ਆਪਣੀ ਭੱਜੇ। ਜਦੋਂ ਵੇਖਿਆ ਵੀ ਹੁਣ ਖਾਲਸਾ ਪਿੱਛੇ ਮੁੜ ਗਿਆ, ਹੁਣ ਲੱਭਦੇ ਪਏ ਵੀ ਕਿਹੜਾ ਬਚਿਆ ਤੇ ਕਿਹੜਾ ਮਰਿਆ ਹੈ। ਗਇਓ ਖਾਲਸਾ ਜਬ ਹਟ ਸਾਰੋ। ਇਧਰੋਂ ਗੁਰੂ ਕਾ ਖਾਲਸਾ ਪਿੱਛੇ ਮੁੜ ਗਿਆ ਹੈ। ਲੈ ਕਰ ਹਾਇਨ ਘਨੋ ਹਥਿਆਰੋ। ਇਹਨਾਂ ਦੇ ਘੋੜੇ ਤੇ ਹਥਿਆਰ ਉਸ ਵੇਲੇ ਗੁਰੂ ਕੇ ਖਾਲਸੇ ਨੇ ਖੋਹ ਲਏ ਹਨ। ਕਾਇਲ ਤੁਰਕ ਸੰਭਾਲੇ ਫੇਰੇ। ਅਤੇ ਜਿਹੜੇ ਜ਼ਖਮੀ ਸਨ ਉਹ ਫਿਰ ਜ਼ਖਮੀਆਂ ਨੂੰ ਮੁਗਲਾਂ ਦੀ ਫੌਜ ਨੇ ਬਾਅਦ ਵਿੱਚ ਚੁੱਕਿਆ। ਜਿੰਨਾ ਚਿਰ ਖਾਲਸਾ ਪਿੱਛੇ ਨਹੀਂ ਹਟਿਆ ਉਹਨਾਂ ਚਿਰ ਇਹ ਵੀ ਹਿੰਮਤ ਨਹੀਂ ਪਈ ਹੈ ਕਿ ਜ਼ਖਮੀ ਸਿਪਾਹੀਆਂ ਨੂੰ ਚੁੱਕ ਲੈਣਾ ਕਰੀਏ। ਲੈ ਲੈ ਪਹੁੰਚੇ ਆਪਣੇ ਡੇਰੇ। ਅਤੇ ਫਿਰ ਆਪੋ ਆਪਣੇ ਸਿਪਾਹੀਆਂ ਨੂੰ ਚੁੱਕ ਕੇ ਆਪੋ ਆਪਣੀ ਜਗ੍ਹਾ ਤੇ ਲੈ ਗਏ ਹਨ। ਸਰਵ ਹਿਰਾਸੇ ਬਹੁ ਬਿਸਮਾਏ। ਇਹ ਸਾਰੇ ਡਰੇ ਹੋਏ ਮੁਗਲ ਤੇ ਬੜੇ ਹੈਰਾਨ ਨੇ ਵੀ ਮਹਾਰਾਜ ਦੀ ਫੌਜ ਤੇ ਥੋੜੀ ਹੈ, ਸਾਡੀ ਗਿਣਤੀ ਜ਼ਿਆਦਾ ਹੈ, ਇੰਨਾ ਭਿਆਨਕ ਜੰਗ ਕਰਕੇ ਸਾਨੂੰ ਇੰਨੀ ਮਾੜੀ ਹਾਰ ਦਿੱਤੀ ਹੈ, ਇਹ ਕੀ ਹੋਇਆ ਹੈ। ਬੜੇ ਹੈਰਾਨ ਹੁੰਦੇ ਹਨ। ਉਮਰਾਵਨ ਹਮ ਭਲੇ ਲੜਾਏ। ਅਤੇ ਉਦੋਂ ਆਪਣੇ ਉਮਰਾਵਾਂ ਜਰਨੈਲਾਂ ਨੂੰ ਕਹਿੰਦੇ ਵੀ ਸਾਡੇ ਜਰਨੈਲ ਬੜੇ ਮਾੜੇ ਨੇ ਜਿਨ੍ਹਾਂ ਨੇ ਸਾਨੂੰ ਇਸ ਤਰ੍ਹਾਂ ਜੰਗ ਕਰਵਾਇਆ ਹੈ। ਕਿਸਹੂ ਕੀ ਸੰਭਾਲ ਨ ਰਹੀ। ਕਿਸੇ ਦੀ ਸੰਭਾਲ ਇਹਨਾਂ ਨੂੰ ਕਰਨੀ ਰਹੀ ਨਹੀਂ ਹੈ। ਚਮੂ ਅਦਕ ਬਹੁ ਜੀਤ ਨ ਲਹੀ। ਕਿਉਂਕਿ ਫੌਜ ਤੇ ਵੱਡੀ ਹੈ ਪਰ ਜਿੱਤ ਨਹੀਂ ਪ੍ਰਾਪਤ ਕਰ ਸਕੀ ਹੈ। ਦੀਨਾ ਬੇਗ ਸੋ ਕਾਇਲ ਪਰਿਓ। ਇਹ ਜਿਹੜਾ ਦੀਨਾ ਬੇਗ ਜਰਨੈਲ ਇਹ ਜ਼ਖਮੀ ਪਿਆ ਹੋਇਆ ਹੈ। ਆਨ ਜਰਾਹਾ ਇਲਾਜਾ ਕਰਿਓ। ਫਿਰ ਵੈਦ ਬੁਲਾਇਆ ਗਿਆ ਤੇ ਵੈਦ ਉਸ ਜਰਨੈਲ ਦਾ ਇਲਾਜ ਕਰਦਾ ਹੈ। ਦਿੱਲੀ ਕੇ ਮਾਰਗ ਕਉ ਪਰੇ। ਇਹ ਜਿੰਨੀ ਕੁ ਫੌਜ ਬਚੀ ਹੈ ਨਾ ਸਾਰੀ ਦਿੱਲੀ ਨੂੰ ਚੱਲ ਪਈ ਵੀ ਚੱਲੀਏ ਆਪਣੇ ਥਾਂ ਤੇ। ਇਸ ਤਰ੍ਹਾਂ ਜ਼ਖਮੀ ਹੋ ਗਏ ਤੇ ਕੁਝ ਮਰਿਆਂ ਦਾ ਵਿਛੋੜਾ ਪਾ ਕੇ ਤੁਰੇ ਜਾਂਦੇ ਹਨ। ਸਨੇ ਸਨੇ ਤੈ ਪਹੁੰਚਨ ਕਰੇ। ਹੌਲੀ ਹੌਲੀ ਪਹੁੰਚ ਗਏ ਆਪੋ ਆਪਣੀ ਜਗ੍ਹਾ ਦੇ ਉੱਪਰ। ਹਟ ਕਰ ਆਏ ਖਾਲਸਾ ਇਤੇ। ਇਧਰੋਂ ਗੁਰੂ ਕਾ ਖਾਲਸਾ ਵੀ ਜੰਗ ਮੈਦਾਨ ਦੇ ਵਿੱਚੋਂ ਪਿੱਛੇ ਹਟਿਆ ਹੈ। ਵਾਹਿਗੁਰੂ ਜੀ ਕੀ ਕਹਿ ਫਤਿਹ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਖਿਜਰਾਬਾਦ ਟਿਕੇ ਹੋਏ ਸਨ। ਖਾਲਸਾ ਜੰਗ ਮੈਦਾਨ ਤੋਂ ਵਾਪਸ ਮੁੜਿਆ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਾਹਮਣੇ ਜਾ ਕੇ ਆਖਿਆ, ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ। ਮਹਾਰਾਜ ਆਪ ਜੀ ਦੇ ਖਾਲਸੇ ਦੀ ਜੰਗ ਮੈਦਾਨ ਵਿੱਚ ਜਿੱਤ ਹੋਈ ਹੈ। ਇਸ ਤਰ੍ਹਾਂ ਖਿਜਰਾਬਾਦ ਪਹੁੰਚੇ ਹਨ। ਸ਼ਤਰ ਲੂਟ ਕਰ ਪਹੁੰਚ ਦੱਸਿਆ ਸੁਤਾਮੇ। ਮਹਾਰਾਜ ਵੀ ਅਸੀਂ ਦੁਸ਼ਮਣ ਦੇ ਹਥਿਆਰ ਤੇ ਘੋੜੇ ਉਹਨਾਂ ਦੇ ਕੋਲੋਂ ਖੋਹ ਕੇ ਲੈ ਆਂਦੇ ਹਨ। ਵਜੇ ਜੀਤ ਕੇ ਬੜੇ ਦਮਾਮੇ। ਬੜੇ ਬੜੇ ਫਿਰ ਜਿੱਤ ਦੇ ਨਗਾਰੇ ਖਾਲਸੇ ਨੇ ਵਜਾਏ ਹਨ। ਮਿਲੇ ਗੁਰੂ ਪਗ ਸੀਸ ਨਵਾਏ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਧੰਨ ਧੰਨ ਸਭ ਹੁਣ ਅਲਾਇਓ। ਸਾਰੇ ਆਖਦੇ ਮਹਾਰਾਜ ਆਪ ਜੀ ਧੰਨ ਹੋ, ਧੰਨ ਹੋ। ਰਾਵਰ ਕੋ ਬਲ ਪਾਏ ਬਡੇਰਾ। ਸਤਿਗੁਰੂ ਆਪ ਜੀ ਦਾ ਬਹੁਤਾ ਬਲ ਪਾ ਕੇ, ਆਪ ਜੀ ਦੀ ਬਹੁਤੀ ਤਾਕਤ ਪਾ ਕੇ ਅਤੇ ਤੁਰਕ ਜੰਗ ਦਲ ਕਨੇਰਾ। ਤੇ ਅਸੀਂ ਬਹੁਤ ਵੱਡੀ ਮੁਗਲਾਂ ਦੀ ਤੇ ਅਤੇ ਪਹਾੜੀਆਂ ਦੀ ਫੌਜ ਨੂੰ ਮਾਰਿਆ ਹੈ। ਖਿਦਰਾਬਾਦ ਪੁਚਾਇਓ ਧੁਰੇ। ਸਤਿਗੁਰੂ ਅਸੀਂ ਖਿਜਰਾਬਾਦ ਤੋਂ ਵੀ ਅੱਗੇ ਕੱਢ ਆਏ ਹਾਂ। ਦੱਸਿਆ ਮਹਾਰਾਜ ਜੀਆਂ ਨੂੰ ਸਤਿਗੁਰੂ ਖਿਜਰਾਬਾਦ ਨਾਮ ਦਾ ਜਿਹੜਾ ਨਗਰ ਹੈ ਨਾ ਉਹਦੇ ਤੋਂ ਵੀ ਜਾ ਕੇ ਉਹਨਾਂ ਨੂੰ ਅੱਗੇ ਹੀ ਛੱਡ ਕੇ ਆਏ, ਹੁਣ ਵਾਪਸ ਨਹੀਂ ਮੁੜਨਗੇ, ਇੰਨੀ ਦੂਰ ਭਜਾਇਆ ਹੈ। ਕਹੇ ਆਪ ਕੇ ਹੇ ਪ੍ਰਭ ਮੁਰੇ। ਸਤਿਗੁਰੂ ਤੁਸੀਂ ਆਖਿਆ ਤੇ ਅਸੀਂ ਤਾਂ ਮੁੜੇ ਆ, ਨਹੀਂ ਤੇ ਸਾਡਾ ਤੇ ਜੀ ਕਰਦਾ ਸੀ ਵੀ ਦਿੱਲੀ ਛੱਡ ਕੇ ਆਈਏ, ਪਰ ਤੁਸੀਂ ਆਖਿਆ ਵੀ ਨਹੀਂ ਆਜੋ ਖਾਲਸਾ ਜੀ ਠੰਡੇ ਹੋਵੋ, ਅਸੀਂ ਤਾਂ ਮੁੜੇ ਆ, ਨਹੀਂ ਤੇ ਮਹਾਰਾਜ ਸਾਡਾ ਮੁੜਨ ਦਾ ਕੋਈ ਇਰਾਦਾ ਨਹੀਂ ਹੈ। ਨਤ ਪ੍ਰਾਪਤ ਮੈਦਾਨ ਸੋ ਹੋਟੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਮੈਦਾਨ ਤੇ ਸਾਨੂੰ ਪ੍ਰਾਪਤ ਹੋ ਗਿਆ, ਅਸੀਂ ਉਹਨਾਂ ਨੂੰ ਮੋੜ ਦਿੱਤਾ ਹੈ। ਮਿਲੇ ਤੁਰਕੜੇ ਹਿੰਮਤ ਖੋਟੇ। ਇਸ ਤਰ੍ਹਾਂ ਖੋਟੀ ਮੱਤ ਵਾਲੇ ਜਿਹੜੇ ਤੁਰਕੜੇ ਤੁਰਕ ਹਨ ਉਹ ਸਾਰੇ ਭੱਜ ਗਏ ਹਨ। ਨੇਤਰ ਲਾਏ ਨਾ ਦੇਤੇ ਜਾਨ। ਤੇ ਸਤਿਗੁਰੂ ਪਾਤਸ਼ਾਹ ਜੇ ਤੁਸੀਂ ਸਾਨੂੰ ਨਾ ਬੁਲਾਉਂਦੇ ਤੇ ਅਸੀਂ ਇਹਨਾਂ ਨੂੰ ਜਿਉਂਦੇ ਨਹੀਂ ਸਨ ਜਾਣ ਦੇਣਾ। ਇਸ ਬਿਦ ਭਾਜੇ ਮੂਡ ਅਜਾਨ। ਇਹ ਮੂਰਖ ਜੰਗ ਮੈਦਾਨ ਵਿੱਚੋਂ ਦੌੜ ਗਏ ਹਨ। ਸਭ ਪਹਾੜੀਏ ਟਰ ਕਰ ਗਏ। ਇਧਰੋਂ ਪਹਾੜੀ ਰਾਜੇ ਵੀ ਆਪੋ ਆਪਣੀ ਜਾਨ ਬਚਾ ਕੇ ਦੌੜ ਗਏ ਹਨ। ਸੈਲਨ ਵਿਖੇ ਪ੍ਰਵੇਸ਼ਿਤ ਭਏ। ਪਹਾੜਾਂ ਵਿੱਚ ਲੁਕ ਗਏ, ਜਾ ਕੇ ਭੱਜ ਕੇ ਪਹਾੜਾਂ ਵਿੱਚ ਲੁਕੇ ਆਪਣੀ ਜਾਨ ਬਚਾਉਣ ਵਾਸਤੇ, ਵੀ ਜਿਵੇਂ ਇਹ ਮੁਗਲ ਫੌਜ ਦੇ ਮਗਰ ਲੱਗੇ ਨੇ ਕਿਤੇ ਸਾਡੇ ਮਗਰ ਨਾ ਲੱਗ ਜਾ।
ਆਪੋ ਆਪਣੀ ਜਾਨ ਬਚਾਉਂਦੇ ਸੁਨ ਹਨ। ਕਰ ਧੀਰਜ ਪ੍ਰਭੂ ਬਖਾਨਾ, ਸਤਿਗੁਰੂ ਹੱਸ ਕੇ ਤੇ ਉਸ ਵੇਲੇ ਖਾਲਸੇ ਨੂੰ ਧੀਰਜ ਦਿੰਦੇ ਹਨ। ਸਨੇ ਸਨੇ ਹਨੀਐ ਤੁਰਕਾਨਾ। ਮਹਾਰਾਜ ਕਹਿਣ ਲੱਗੇ ਖਾਲਸਾ ਜੀ ਇੰਨੇ ਗਰਮ ਨਹੀਂ ਹੋਈਦਾ। ਤੁਸੀਂ ਤੇ ਸੋਚਿਆ ਵੀ ਅੱਜ ਹੀ ਸਾਰੇ ਮਾਰ ਦਈਏ, ਅੱਜ ਨਹੀਂ ਸਾਰੇ ਆਪਾਂ ਮਾਰਨੇ, ਹੌਲੀ ਹੌਲੀ ਕਰਕੇ ਮਾਰਾਂਗੇ। ਜਿਵੇਂ ਜਿਵੇਂ ਜੰਗ ਕਰਨ ਵਾਸਤੇ ਆਉਣਗੇ ਨਾ, ਆਪਾਂ ਉਵੇਂ ਉਵੇਂ ਇਹਨਾਂ ਨੂੰ ਮਾਰਨਾ ਹੈ। ਤੁਸੀਂ ਅੱਜ ਹੀ ਸਾਰੇ ਮੁਕਾਉਣਾ ਚਾਹੁੰਦੇ ਹੋ? ਨਹੀਂ, ਦੁਸ਼ਮਣ ਨੂੰ ਇੱਕੇ ਵਾਰੀ ਨਹੀਂ ਮੁਕਾਉਣਾ ਹੈ। ਇਹਨਾਂ ਨੂੰ ਭਜਾ ਭਜਾ ਕੇ ਮੈਦਾਨ ਦੇ ਵਿੱਚੋਂ ਡਰਾ ਡਰਾ ਕੇ ਤੇ ਫਿਰ ਮਾਰਨਾ ਹੈ। ਇਹਨਾਂ ਦੇ ਅੰਦਰ ਭੈ ਪੈਦਾ ਕਰਨਾ ਹੈ, ਡਰ ਇਹਨਾਂ ਦੇ ਅੰਦਰ ਪੈਦਾ ਕਰਨਾ ਖਾਲਸੇ ਦਾ। ਇਸ ਕਰਕੇ ਇੱਕੇ ਵਾਰੀ ਨਹੀਂ ਇਹਨਾਂ ਨੂੰ ਮਾਰਨਾ ਹੈ। ਜਿਉਂ ਜਿਉਂ ਸਿੰਘਨ ਹੋਵੇ ਵਾਧਾ, ਸਾਡੇ ਸਿੰਘਾਂ ਦਾ ਵਾਧਾ ਹੋਵੇਗਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ। ਤਿਉਂ ਤਿਉਂ ਤੁਰਕਨ ਪ੍ਰਾਪਤ ਵਾਧਾ। ਉਵੇਂ ਉਵੇਂ ਅਸੀਂ ਇਹਨਾਂ ਮੁਗਲਾਂ ਦਾ ਨਾਸ ਕਰਾਂਗੇ, ਜਿਵੇਂ ਜਿਵੇਂ ਸਾਡੀ ਫੌਜ ਵਧਣੀ ਹੈ। ਆਪਣੇ ਘਾਇਲ ਸਿੰਘ ਉਠਾਏ, ਜਿਹੜੇ ਜ਼ਖਮੀ ਸਿੰਘ ਸਨ ਮਹਾਰਾਜ ਨੇ ਉਹ ਉਠਵਾ ਲਏ ਹਨ। ਜੋ ਮਰ ਗਏ ਸੋ ਸੁਰਗ ਸਿਧਾਏ। ਜਿਹੜੇ ਸੱਚਖੰਡ ਚਲੇ ਗਏ, ਸਰੀਰ ਛੱਡ ਕੇ ਉਹ ਪ੍ਰਾਪਤੀ ਵਾਲੇ ਹੋਏ ਹਰ ਹਨ। ਇਕੱਤਰ ਤਨ ਦੀਨੋ ਦਾਹੂ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਉਹ ਖਿਜਰਾਬਾਦ ਦਾ ਜਿਹੜਾ ਨਗਰ ਹੈ ਨਾ, ਜਿਹੜੇ ਉੱਥੇ ਸਿੰਘ ਸ਼ਹੀਦ ਹੋਏ ਜੰਗ ਮੈਦਾਨ ਵਿੱਚ, ਮਹਾਰਾਜ ਕਹਿੰਦੇ ਲਿਆਓ ਭਾਈ ਇਹਨਾਂ ਦਾ ਸੰਸਕਾਰ ਕਰੀਏ। ਕੁਝ ਜੰਗ ਮੈਦਾਨ ਦੇ ਸ਼ਹੀਦ ਜਿਹੜੇ ਸਨ ਉੱਥੇ ਸੰਸਕਾਰੇ ਗਏ ਖਿਜਰਾਬਾਦ ਨਗਰ ਦੇ ਵਿੱਚ, ਅਤੇ ਜਿਹੜੇ ਜ਼ਖਮੀ ਸਨ ਉਹਨਾਂ ਵਾਸਤੇ ਦਵਾਈ ਬੂਟੀ ਦਾ ਜਿਹੜਾ ਇੰਤਜ਼ਾਮ ਸੀ ਉਹ ਕੀਤਾ ਗਿਆ ਹੈ। ਆਵਤ ਭਏ ਆਨੰਦਪੁਰ ਮਾਹੂ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀਆਂ ਨੇ ਇਹ ਜਿਹੜਾ ਜੰਗ ਲੜਿਆ ਹੈ, ਆਪਣੇ ਇੱਥੋਂ ਨੇੜੇ ਹੀ ਹੈ ਖਿਜਰਾਬਾਦ, 10ਵੇਂ ਪਾਤਸ਼ਾਹ ਦਾ ਇਤਿਹਾਸ ਗੁਰੂ ਘਰ ਉੱਥੇ ਬਣਿਆ ਹੋਇਆ ਹੈ। ਕਾਰ ਸੇਵਾ ਵਾਲੇ ਮਹਾਂਪੁਰਖ ਉਸ ਗੁਰੂ ਘਰ ਦੀ ਸੇਵਾ ਕਰਵਾ ਰਹੇ ਨੇ। ਇਹ ਗੁਰਦੁਆਰਾ ਉਸ ਯਾਦ ਵਿੱਚ ਹੈ ਜਦੋਂ ਮੁਗਲਾਂ ਦੀ ਫੌਜ ਦਿੱਲੀ ਤੋਂ ਚੜ੍ਹ ਕੇ ਆਈ ਹੈ, ਆਨੰਦਪੁਰ ਸਾਹਿਬ ਦੇ ਵਿੱਚ ਜੰਗ ਕੀਤਾ ਹੈ। ਜੰਗ ਦੇ ਵਿੱਚੋਂ ਹਾਰ ਕੇ ਜਦੋਂ ਦੌੜੇ, ਗੁਰੂ ਕਾ ਖਾਲਸਾ ਮਗਰ ਲੱਗ ਗਿਆ। ਸਤਿਗੁਰੂ ਵੀ ਉਹਨਾਂ ਦੇ ਮਗਰ ਮਗਰ ਚਲਦਿਆਂ ਚਲਦਿਆਂ ਖਿਜਰਾਬਾਦ ਪਹੁੰਚ ਗਏ। ਇੱਥੇ ਆ ਕੇ ਮਹਾਰਾਜ ਨੇ ਖਾਲਸੇ ਨੂੰ ਆਖਿਆ, ਖਾਲਸਾ ਜੀ ਰੁਕ ਜਾਓ, ਹੁਣ ਆਪਾਂ ਅੱਗੇ ਨਹੀਂ ਜਾਣਾ ਹੈ। ਇਹਨਾਂ ਨੂੰ ਇੱਕੇ ਵਾਰੀ ਨਹੀਂ, ਇਹਨਾਂ ਨੂੰ ਡਰ ਦੇ ਦੇ ਕੇ ਇਹਨਾਂ ਨੂੰ ਇਸ ਦੁਨੀਆ ਤੋਂ ਭੇਜਣਾ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਖਿਜਰਾਬਾਦ ਦੀ ਧਰਤੀ ਤੇ ਸ਼ਹੀਦਾਂ ਸਿੰਘਾਂ ਦਾ ਸੰਸਕਾਰ ਕਰਵਾਇਆ, ਜ਼ਖਮੀਆਂ ਦਾ ਇਲਾਜ ਕਰਵਾਇਆ। ਸੋ ਇਹ ਇਤਿਹਾਸ ਉਸ ਨਗਰ ਦਾ ਹੈ ਜਿਸ ਨੂੰ ਖਿਜਰਾਬਾਦ ਆਖਿਆ ਜਾਂਦਾ ਹੈ। ਇਸ ਤਰ੍ਹਾਂ ਮਹਾਰਾਜ ਨੇ ਕੌਤਕ ਵਰਤਾਇਆ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਇਹ ਰਾਜੇ ਅੱਗੇ ਕਿਹੜੀ ਨਵੀਂ ਸਕੀਮ ਲਾਉਣਗੇ, ਮਹਾਰਾਜ ਦੇ ਨਾਲ ਕਿਵੇਂ ਜੰਗ ਕਰਨਗੇ, ਕੱਲ ਨੂੰ ਫਿਰ ਸਰਵਨ ਕਰਾਂਗੇ। ਲਿਖਿਆ ਕਤਹਿ ਨ ਛੂਟੀਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੈਂ ਗਰੀਬ ਸੱਚ ਟੇਕ ਤੂੰ, ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ